TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਕੈਨੇਡਾ ਸਰਕਾਰ ਨੇ ਅੱਜ ਤੋਂ ਯਾਤਰਾ ਸੰਬੰਧੀ ਨਿਯਮਾਂ ਵਿੱਚ ਕੀਤੀ ਢਿੱਲ। ਪੰਜਾਬ ਸਰਕਾਰ ਵੱਲੋਂ ਪਾਸ ਕੀਤਾ ਗਿਆ ਮਤਾ ਅਰਥਹੀਣ। ਮਨੋਹਰ ਲਾਲ ਖੱਟੜ ਦਾ ਕਹਿਣਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਦੇ ਕੱਚੇ ਚਿੱਠੇ ਫਰੋਲੇ। ਇੱਕ 58 ਵਰ੍ਹਿਆਂ ਦੀ ਔਰਤ ਨੇ ਵੱਡੀ ਰੇਲ ਦੁਰਘਟਨਾ ਹੋਣ ਤੋਂ ਬਚਾਈ। ਘਰੇਲੂ ਕਲੇਸ਼ਕਾਰ ਨੂੰਹ ਨੇ ਖੋਲ੍ਹੀ ਸੱਸ ਦੀ ਪੋਲ। ਪੁਲਿਸ ਵਾਲਿਆਂ ਨੂੰ ਸਖਤ ਚੇਤਾਵਨੀ ਅਤੇ ਪੰਜਾਬ ਦੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਤੁਹਾਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਵੇਖ ਸੁਣ ਲਿਓ। ਜੇਕਰ ਚੰਗਾ ਲੱਗਿਆ ਫਿਰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਭ ਤੋਂ ਪਹਿਲਾਂ ਕੈਨੇਡਾ ਵਾਲੇ ਪਾਸੋਂ ਸ਼ੁਰੂਆਤ ਕਰਦੇ ਹਾਂ। ਕੈਨੇਡਾ ਸਰਕਾਰ ਦੇ ਵੱਲੋਂ ਜਿਹੜੇ ਲੋਕ ਇੱਕ ਮੁਲਕ ਤੋਂ ਦੂਸਰੇ ਮੁਲਕ ਯਾਤਰਾ ਕਰਨੀ ਚਾਹੁੰਦੇ ਸੀ, ਭਾਵ ਕੌਮਾਂਤਰੀ ਉਡਾਨਾਂ ਦੇ ਉੱਤੇ ਟੈਸਟਿੰਗ ਸੰਬੰਧੀ ਜਿਹੜੇ ਨਿਯਮ ਸਨ ਉਹਨਾਂ ਦੇ ਵਿੱਚ ਢਿੱਲ ਦੇ ਦਿੱਤੀ ਗਈ ਹੈ, ਜਿਸ ਦੇ ਕਾਰਨ ਬਹੁਤ ਸਾਰੇ ਜਿਹੜੇ ਵਿਦੇਸ਼ ਤੋਂ ਆਉਣ ਵਾਲੇ ਲੋਕ ਨੇ ਉਹ ਅਤੇ ਕੁਝ ਕੈਨੇਡੀਅਨਸ ਜਿਹੜੇ ਕਿਸੇ ਬਾਹਰਲੇ ਮੁਲਕ ਜਾਣਾ ਚਾਹੁੰਦੇ ਸੀ, ਉਮੀਦ ਹੈ ਕਿ ਉਹ ਹੁਣ ਆਪਣੀ ਇਹ ਜਿਹੜੀ ਯਾਤਰਾ ਦੀਆਂ ਲੱਗੀਆਂ ਪਾਬੰਦੀਆਂ ਤੋਂ ਬਾਅਦ ਯਾਤਰਾਵਾਂ ਨੂੰ ਅੰਜਾਮ ਦੇ ਸਕਦੇ ਹੈ। ਹਾਲਾਂਕਿ ਬਹੁਤ ਸਾਰੇ ਕੈਨੇਡੀਅਨ ਉਹ ਵੀ ਨੇ ਜਿਹੜੇ ਹਾਲੇ ਵੀ ਯਾਤਰਾ ਨੂੰ ਲੈ ਕੇ ਸੰਕੋਚ ਕਰਨਗੇ, ਪਰ ਕਈ ਇਸ ਤਰ੍ਹਾਂ ਦੇ ਵੀ ਹੋਣਗੇ ਜਿਹੜੇ ਘੁੰਮਣ ਫਿਰਨ ਦੇ ਵਾਲੇ ਸ਼ੌਕੀਨ ਸਨ ਪਰ ਬੀਤੇ 2 ਵਰ੍ਹਿਆਂ ਤੋਂ ਕਿਤੇ ਆ ਜਾ ਨਹੀਂ ਸਕੇ। ਹੋ ਸਕਦਾ ਕਿ ਉਹ ਤਿਆਰੀਆਂ ਵੀ ਖਿੱਚ ਲੈਣ। ਭਾਵੇਂ ਕੈਨੇਡਾ ਸਰਕਾਰ ਨੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਕੈਨੇਡੀਅਨਸ ਦੇ ਲਈ ਕਈ ਪ੍ਰੀ ਐਂਟਰੀ ਟੈਸਟਿੰਗ ਲੋੜਾਂ ਦੀਆਂ ਹੁਣ ਜਿਹੜੀਆਂ ਹਦਾਇਤਾਂ ਸਨ ਉਹ ਚੁੱਕ ਦਿੱਤੀਆਂ ਨੇ, ਪਰ ਮਹਾਮਾਰੀ ਸੰਬੰਧੀ ਕਈ ਟਰੈਵਲ ਨਿਯਮ ਪ੍ਰਭਾਵੀ ਰਹਿਣਗੇ। ਅੱਜ 1 ਅਪ੍ਰੈਲ 2022 ਤੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਸ ਨੂੰ, ਭਾਵੇਂ ਉਹ ਹਵਾਈ ਰਸਤਾ ਹੋਵੇ, ਜ਼ਮੀਨੀ ਰਸਤਾ ਹੋਵੇ ਜਾਂ ਸਮੁੰਦਰੀ ਰਸਤੇ ਰਾਹੀਂ ਕੈਨੇਡਾ ਆਉਣ ਦੇ ਵਿੱਚ ਜਦੋਂ ਉਹਨਾਂ ਨੇ ਦਾਖਲ ਹੋਣਾ ਹੈ, ਉਸ ਵਕਤ ਨੈਗੇਟਿਵ ਪ੍ਰੀ ਐਂਟਰੀ ਕੋਵਿਡ-19 ਟੈਸਟ ਦਾ ਕੋਈ ਨਤੀਜਾ ਦਿਖਾਉਣ ਦੀ ਲੋੜ ਨਹੀਂ ਪਏਗੀ। ਏਅਰਪੋਰਟ ਦੇ ਉੱਤੇ ਪਰ ਰੈਂਡਮ ਚੈੱਕ ਕੀਤਾ ਜਾ ਸਕਦਾ। ਕੁਝ ਯਾਤਰੀ ਨੂੰ ਅਚਾਨਕ PCR ਟੈਸਟ ਦੇ ਵਾਸਤੇ ਬਾਹਰ ਕੱਢਿਆ ਜਾ ਸਕਦਾ ਹੈ। ਕੋਵਿਡ-19 ਦੇ ਨਵੇਂ ਕਿਉਂਕਿ ਕਈ ਵੇਰੀਐਂਟ ਆ ਰਹੇ ਨੇ, ਉਹਦੇ ਵਾਸਤੇ ਹਾਲੇ ਵੀ ਨਿਗਰਾਨੀ ਕੀਤੀ ਜਾ ਰਹੀ ਹੈ, ਪਰ ਯਾਤਰੀਆਂ ਨੂੰ ਹਾਲੇ ਵੀ ਅਰਾਈਵਕੈਨ ਐਪ ਦੀ ਵਰਤੋਂ ਕਰਨੀ ਹੋਏਗੀ। ਆਪਣੀ ਵੈਕਸੀਨੇਸ਼ਨ ਦਾ ਸਬੂਤ ਤੇ ਹੋਰ ਲੋੜੀਂਦੀ ਜਾਣਕਾਰੀ ਉਹਦੇ ਤੇ ਮੁਹੱਈਆ ਕਰਵਾਉਣੀ ਹੋਏਗੀ। ਪਰ ਜਿਹੜੇ ਯਾਤਰੀ ਕਰੂਜ਼ ਜਾਂ ਜਹਾਜ਼ ਰਾਹੀਂ ਸਫ਼ਰ ਕਰ ਰਹੇ ਹੋਣਗੇ ਉਹਨਾਂ ਨੂੰ ਕੁਆਰੰਟੀਨ ਪਲਾਨ ਸਮੇਤ ਆਪਣੀ ਜਾਣਕਾਰੀ ਕੈਨੇਡਾ ਪਹੁੰਚਣ ਤੋਂ ਪਹਿਲਾਂ ਇਸ ਐਪ ਰਾਹੀਂ ਭਰਨੀ ਹੋਏਗੀ, ਉਹ ਵੀ ਸਫ਼ਰ ਤੋਂ 72 ਘੰਟਿਆਂ ਦੇ ਅੰਦਰ। ਜਿਹੜੇ ਯਾਤਰੀ ਅਰਾਈਵਕੈਨ ਦੇ ਵਿੱਚ ਆਪਣੀ ਜਾਣਕਾਰੀ ਭਰਨ ਤੋਂ ਬਗੈਰ ਕੈਨੇਡਾ ਆਉਣਗੇ ਉਹਨਾਂ ਨੂੰ ਟੈਸਟ ਵੀ ਕਰਵਾਉਣਾ ਪੈ ਸਕਦਾ ਹੈ, ਉਹਨਾਂ ਨੂੰ 14 ਦਿਨ ਲਈ ਕੁਆਰੰਟੀਨ ਵੀ ਹੋਣਾ ਪੈ ਸਕਦਾ ਹੈ, ਭਾਵੇਂ ਉਹਨਾਂ ਦਾ ਵੈਕਸੀਨੇਸ਼ਨ ਸਟੇਟਸ ਕੁਝ ਵੀ ਹੋਵੇ। ਇਹ ਕੁਝ ਕੁ ਵੱਡੀਆਂ ਤਬਦੀਲੀਆਂ 1 ਅਪ੍ਰੈਲ 2022 ਤੋਂ ਕੈਨੇਡਾ ਦੇ ਵਿੱਚ ਲਾਗੂ ਕਰ ਦਿੱਤੀਆਂ ਗਈਆਂ ਨੇ। ਤੇ ਹੁਣ ਕੁਝ ਕੁ ਹੋਰ ਖਬਰਾਂ। ਅਕਸਰ ਆਪਣੇ ਪ੍ਰੋਗਰਾਮਾਂ ਦੇ ਵਿੱਚ ਜ਼ਿਕਰ ਕਰੀਦਾ ਹੈ, ਰੋਜ਼ਾਨਾ ਜ਼ਿਕਰ ਕਰੀਦਾ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਲੇ ਦੁਆਲੇ ਨੂੰ ਬਦਲਿਆ ਦੇਖਣਾ ਚਾਹੁੰਦੇ ਹੋ ਤਾਂ ਹਰ ਇੱਕ ਮੁਲਕ ਦੇ ਹਰ ਨਾਗਰਿਕ ਦਾ ਫਰਜ਼ ਇਹ ਬਣਦਾ ਹੈ ਕਿ ਉਹ ਵੀ ਆਪਣੇ ਫਰਜ਼ ਅਦਾ ਕਰੇ, ਆਪਣੇ ਵਿੱਚ ਬਦਲਾਅ ਲਿਆਵੇ। ਬਹੁਤ ਸਾਰੀਆਂ ਚੋਰ ਮੋਰੀਆਂ ਨੇ, ਬਹੁਤ ਸਾਰੇ ਘਪਲੇ ਘੁਟਾਲੇ ਨੇ ਜਿਹੜੇ ਆਪਣੇ ਆਪ ਬੰਦ ਹੋ ਸਕਦੇ ਹੈ। ਇਸੇ ਤਰ੍ਹਾਂ ਦੀ ਇੱਕ ਤਾਜ਼ਾ ਖਬਰ ਹੈ ਜਿਹੜੀ ਉਦਾਹਰਨ ਦੇ ਵਜੋਂ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਇੱਕ 58 ਵਰ੍ਹਿਆਂ ਦੀ ਔਰਤ, ਨਾ ਉਹ ਰੇਲ ਚਲਾਉਣਾ ਜਾਣਦੀ ਹੈ, ਨਾ ਤਾਂ ਇਹ ਔਰਤ ਕੋਈ ਇੰਜੀਨੀਅਰ ਹੈ, ਨਾ ਕੋਈ ਉਹ ਰੇਲਵੇ ਵਿਭਾਗ ਦੇ ਵਿੱਚ ਨੌਕਰੀ ਕਰਦੀ ਸੀ, ਪਰ ਉਹਨੇ ਆਪਣਾ ਫਰਜ਼ ਅਦਾ ਕੀਤਾ, ਆਪਣੀ ਸੂਝ-ਬੂਝ ਤੋਂ ਕੰਮ ਲਿਆ। ਜਾਣਕਾਰੀ ਅਨੁਸਾਰ ਏਟਾ ਤੋਂ ਟੁੰਡਲਾ ਜਾ ਰਹੀ ਇੱਕ ਰੇਲ ਗੱਡੀ, ਜੇਕਰ ਇਹ ਮਹਿਲਾ ਆਪਣੇ ਫਰਜ਼ਾਂ ਦੀ ਪੂਰਤੀ ਨਾ ਕਰਦੀ ਸ਼ਾਇਦ ਦੁਰਘਟਨਾਗ੍ਰਸਤ ਹੋ ਚੁੱਕੀ ਹੁੰਦੀ। ਇਸ ਔਰਤ ਨੇ ਟੁੱਟੀ ਹੋਈ ਰੇਲ ਪਟੜੀ ਦੇਖੀ ਤੇ ਫਿਰ ਆਪਣੀ ਸਾੜੀ ਦੇ ਪੱਲੇ ਨੂੰ ਜਿਹੜੀ ਲਾਲ ਰੰਗ ਦੀ ਸੀ ਲਹਿਰਾਇਆ, ਜਿਸ ਨੂੰ ਰੇਲ ਚਲਾਉਣ ਵਾਲੇ ਡਰਾਈਵਰ ਨੇ ਦੇਖਿਆ ਤੇ ਉਹਨੇ ਬ੍ਰੇਕਾਂ ਲਾ ਦਿੱਤੀਆਂ ਤੇ ਉਸ ਤੋਂ ਬਾਅਦ ਪਟੜੀ ਦੀ ਮੁਰੰਮਤ ਕੀਤੀ ਗਈ। ਫਿਰ ਰੇਲ ਅੱਗੇ ਲੰਘੀ। ਅਸਲ ਦੇ ਵਿੱਚ ਵੀਰਵਾਰ ਦੀ ਸਵੇਰ ਦੇ ਤਕਰੀਬਨ 7:55 ਹੋਏ ਸੀ। ਜਾਣਕਾਰੀ ਦੇ ਅਨੁਸਾਰ ਥਾਣਾ ਆਵਾਗੜ੍ਹ ਖੇਤਰ ਦੇ ਵਿੱਚ ਕੁਸ਼ਵਾ ਰੇਲਵੇ ਹਾਲਟ ਸਟੇਸ਼ਨ ਦੇ ਕੋਲ ਇੱਕ ਪਿੰਡ ਪੈਂਦਾ ਹੈ, ਪਿੰਡ ਹੈ ਗੁਲਰੀਆਂ।
ਉੱਥੋਂ ਦੀ ਰਹਿਣ ਵਾਲੀ 58 ਵਰ੍ਹਿਆਂ ਦੀ ਓਮਵਤੀ ਕਿਸੇ ਦਫ਼ਤਰ ਨੂੰ ਨਹੀਂ ਸੀ ਜਾ ਰਹੀ, ਆਪਣੇ ਖੇਤਾਂ ਦੇ ਵਿੱਚ ਉਸ ਵਕਤ ਕੰਮ ਕਰਨ ਵਾਸਤੇ ਜਾ ਰਹੀ ਸੀ। ਇਸੇ ਦੌਰਾਨ ਸਟੇਸ਼ਨ ਤੋਂ ਤਕਰੀਬਨ 100 ਕੁ ਮੀਟਰ ਦੀ ਦੂਰੀ ਤੇ ਜਦੋਂ ਰੇਲਵੇ ਟਰੈਕ ਪਾਸ ਕਰਨ ਲੱਗੀ, ਪਟੜੀ ਨੂੰ ਪਾਰ ਕਰਨ ਲੱਗੀ, ਤਾਂ ਉਹਨੇ ਦੇਖਿਆ ਕਿ ਤਾਂ ਪਟੜੀ ਟੁੱਟੀ ਪਈ ਹੈ। ਸਟੇਸ਼ਨ ਦੇ ਕੋਲ ਹੀ ਉਹਦਾ ਘਰ ਸੀ। ਓਮਵਤੀ ਨੂੰ ਇਹ ਵੀ ਪਤਾ ਸੀ ਕਿ ਇਸ ਵਕਤ ਏਟਾ ਟੁੰਡਲਾ ਪੈਸੇਂਜਰ ਰੇਲ ਗੱਡੀ ਇੱਥੋਂ ਦੀ ਲੰਘਦੀ ਹੈ। ਉਹ ਭੱਜ ਕੇ ਆਪਣੇ ਘਰ ਗਈ, ਲਾਲ ਕੱਪੜਾ ਚੁੱਕਿਆ, ਉਹਨੇ ਪਟੜੀ ਤੇ ਬੰਨ੍ਹ ਦਿੱਤਾ ਤੇ ਫਿਰ ਜਿੱਥੋਂ ਪਟੜੀ ਟੁੱਟੀ ਹੋਈ ਸੀ ਉੱਥੋਂ ਜਿੱਧ ਨੂੰ ਰੇਲ ਆਉਣੀ ਸੀ ਉਸ ਦਿਸ਼ਾ ਵੱਲ ਜਾਣ ਲੱਗੀ। ਥੋੜੀ ਦੂਰ ਤੇ ਉਸ ਨੂੰ ਪੈਸੇਂਜਰ ਗੱਡੀ ਆਉਂਦੀ ਨਜ਼ਰ ਆਈ ਤਾਂ ਫਿਰ ਓਮਵਤੀ ਨੇ ਆਪਣੇ ਲਾਲ ਰੰਗ ਦੀ ਜਿਹੜੀ ਸਾੜੀ ਪਹਿਨੀ ਹੋਈ ਸੀ ਉਹਦਾ ਪੱਲੂ ਲਹਿਰਾਉਣਾ ਸ਼ੁਰੂ ਕਰ ਦਿੱਤਾ। ਜਿਹੜਾ ਰੇਲ ਚਲਾ ਰਿਹਾ ਡਰਾਈਵਰ ਸੀ ਉਹਨੇ ਵੇਖਿਆ ਕਿ ਲਾਲ ਕੱਪੜਾ ਟਰੈਕ ਤੇ ਵੀ ਨਜ਼ਰ ਆ ਰਿਹਾ, ਪਟੜੀ ਤੇ ਵੀ ਨਜ਼ਰ ਆ ਰਿਹਾ ਤੇ ਮਹਿਲਾ ਵੀ ਆਪਣਾ ਲਾਲ ਪੱਲੂ ਲਹਿਰਾ ਰਹੀ ਹੈ। ਗੱਲ ਕੋਈ ਜ਼ਰੂਰ ਹੈ। ਐਮਰਜੈਂਸੀ ਬ੍ਰੇਕਾਂ ਲਾ ਦਿੱਤੀਆਂ, ਰੇਲ ਗੱਡੀ ਰੁਕ ਗਈ। ਰੇਲ ਗੱਡੀ ਰੁਕਣ ਤੋਂ ਬਾਅਦ ਉਹਨੇ ਦੱਸਿਆ ਕਿ ਆਓ ਦਿਖਾਵਾਂ, ਰੇਲ ਦੀ ਪਟੜੀ ਟੁੱਟੀ ਹੋਈ ਹੈ। ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਤੇ ਮੁਰੰਮਤ ਕੀਤੀ ਗਈ ਤੇ ਉਹਦੇ ਤੋਂ ਬਾਅਦ ਰੇਲ ਗੱਡੀ ਉੱਥੋਂ ਦੀ ਲੰਘੀ। ਤਕਰੀਬਨ ਅੱਧਾ ਕੁ ਘੰਟਾ ਉੱਥੇ ਰੇਲ ਗੱਡੀ ਨੂੰ ਰੁਕਣਾ ਪੈ ਗਿਆ। ਪਰ ਤੁਸੀਂ ਦੇਖੋ ਕਿ ਉਹ ਲੰਘ ਵੀ ਸਕਦੀ ਸੀ। ਚਲੋ ਆਪਾਂ ਕੀ ਲੈਣਾ ਹੈ, ਅਕਸਰ ਲੋਕ ਇਹ ਗੱਲ ਕਰਦੇ ਆ ਕਿ ਆਪਾਂ ਕੀ ਲੈਣਾ, ਚੱਲ ਛੱਡ ਪਰੇ। ਪਰ ਫਰਜ਼ਾਂ ਦੀ ਪੂਰਤੀ ਤੋਂ ਜਦੋਂ ਅਸੀਂ ਕੁਤਾਹੀ ਕਰਦੇ ਹਾਂ, ਸਿਰਫ ਸਰਕਾਰਾਂ ਕਿਸੇ ਮੁਲਕ ਨੂੰ ਜਾਂ ਸਮਾਜ ਨੂੰ ਨਹੀਂ ਬਦਲ ਸਕਦੀਆਂ। ਇਸੇ ਤਰ੍ਹਾਂ ਦੀ ਅਗਲੀ ਖਬਰ ਹੈ ਕਿ ਅਸੀਂ ਦੇਖ ਕੇ ਅਣਡਿੱਠ ਕਰ ਦਿੰਦੇ ਹਾਂ, ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਇਗਨੋਰ ਕਰ ਦਿੰਦੇ ਹਾਂ। ਪਰ ਕਈ ਵਾਰੀ ਜਦੋਂ ਸਾਡਾ ਕਿਸੇ ਨਾਲ ਪੇਚਾ ਪੈ ਜਾਂਦਾ ਫਿਰ ਕਹਿੰਦੇ ਲੈ ਹੁਣ ਇਹਨੂੰ ਬੰਦੇ ਦਾ ਪੁੱਤ ਬਣਾਈਏ। ਪਰ ਆਪਣੇ ਫਰਜ਼ਾਂ ਦੀ ਪੂਰਤੀ ਕਰਨੀ ਪਊਗੀ ਤਾਂ ਘਪਲੇ ਘੁਟਾਲੇ ਰੁਕਣਗੇ। ਪਹਿਲੀ ਖਬਰ ਤੁਸੀਂ ਦੇਖੋ ਫਰਜ਼ਾਂ ਦੀ ਪੂਰਤੀ ਨਾਲ ਸੰਬੰਧਿਤ। ਇੱਧਰ ਜਦੋਂ ਗਰਜ਼ਾਂ ਪੂਰੀਆਂ ਨਾ ਹੋਈਆਂ ਫਿਰ ਕਿਤੇ ਫਰਜ਼ਾਂ ਦਾ ਚੇਤਾ ਆਉਂਦਾ ਹੈ। ਇੱਕ ਨੂੰਹ ਤੇ ਸੱਸ ਦੀ ਲੜਾਈ, ਇਹ ਕਲੇਸ਼। ਸੱਸ ਨੂੰ ਵੀ ਮਹਿੰਗਾ ਪੈ ਗਿਆ ਤੇ ਨੂੰਹ ਨੂੰ ਸ਼ਾਇਦ ਪਹਿਲਾਂ ਮਹਿੰਗਾ ਪੈਂਦਾ ਹੋਣਾ। ਪਤਾ ਲੱਗਿਆ ਕਿ ਨੂੰਹ ਸੱਸ ਦੀ ਲੜਾਈ ਦੇ ਵਿੱਚ ਪਤਾ ਲੱਗ ਗਿਆ ਕਿ ਉਹਦੀ ਸੱਸ ਵਿਧਵਾ ਪੈਨਸ਼ਨ ਲੈ ਰਹੀ ਸੀ। ਅਸਲ ਦੇ ਵਿੱਚ ਉਹਨੇ ਆਪਣੇ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਵੀ ਕਰਵਾਇਆ ਹੋਇਆ ਸੀ। ਹੁਣ ਵਿਧਵਾ ਪੈਨਸ਼ਨ ਲੈਣ ਦਾ ਪਰਦਾਫਾਸ਼ ਕੀਤਾ ਉਹ ਸੱਸ ਦੀ ਨੂੰਹ ਨੇ। ਉਸ ਔਰਤ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ, ਜਿਸ ਤੋਂ ਬਾਅਦ ਉਹਦੀ ਸੱਸ ਦੇ ਖਿਲਾਫ ਆਈਪੀਸੀ ਦੀ ਧਾਰਾ 177 ਅਤੇ 420 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਇਸ ਮਹਿਲਾ ਦਾ ਨਾਮ ਹੈ ਰਮਨਜੀਤ ਕੌਰ। ਅਰਬਨ ਸਿਟੀ ਕੱਕੋ ਜ਼ਿਲ੍ਹਾ ਹੁਸ਼ਿਆਰਪੁਰ ਦੀ ਸ਼ਿਕਾਇਤ ਦੇ ਉੱਤੇ ਮੁਲਜ਼ਮ ਦਾ ਨਾਮ ਹੈ ਬਲਵਿੰਦਰ ਕੌਰ, ਪਤਨੀ ਲੇਟ ਦਰਸ਼ਨ ਸਿੰਘ, ਖੰਨੇ ਦੇ ਨੇੜੇ ਜਾਂ ਸਮਰਾਲੇ ਦੇ ਨੇੜੇ ਆਖੀਏ ਘੁੰਗਰਾਲੀ ਸਿੱਖਾਂ। ਬਲਵਿੰਦਰ ਕੌਰ ਘੁੰਗਰਾਲੀ ਸਿੱਖਾਂ ਦੇ ਖਿਲਾਫ ਇਹ ਮੁਕੱਦਮਾ ਦਰਜ ਹੋਇਆ ਹੈ। ਅਸਲ ਵਿੱਚ ਰਮਨਜੀਤ ਕੌਰ ਨੇ ਪੁਲਿਸ ਨੂੰ ਬਿਆਨ ਦਿੱਤੇ ਕਿ ਉਹਦਾ ਸਹੁਰਾ ਗੁਰਜੰਟ ਸਿੰਘ ਪੰਜਾਬ ਪੁਲਿਸ ਦੇ ਵਿੱਚ ਬਤੌਰ ਹੌਲਦਾਰ ਖੰਨੇ ਡਿਊਟੀ ਕਰਦਾ ਸੀ। ਬਲਵਿੰਦਰ ਕੌਰ ਦਾ ਪਹਿਲਾ ਵਿਆਹ ਗੁਰਜੰਟ ਸਿੰਘ ਨਾਲ ਹੋਇਆ ਸੀ, ਰੁੜਕੀ ਕਲਾਂ ਉਹਨਾਂ ਦਾ ਪਿੰਡ ਸੀ। ਉਹਦੇ ਪਰਿਵਾਰ ਦੇ ਵਿੱਚ ਇੱਕ ਲੜਕੀ ਹਰਪ੍ਰੀਤ ਕੌਰ ਤੇ ਲੜਕਾ ਬਲਜੀਤ ਸਿੰਘ, ਭਾਵ 2 ਬੱਚੇ ਸਨ। ਗੁਰਜੰਟ ਸਿੰਘ ਦੀ ਮੌਤ 17 ਮਈ ਤੇ 1994 ਨੂੰ ਹੋ ਗਈ। ਉਹਨਾਂ ਨੇ ਦੱਸਿਆ ਕਿ ਉਹਦੇ ਸਹੁਰੇ ਦੀ ਮੌਤ ਤੋਂ ਬਾਅਦ ਉਹਦੀ ਸੱਸ ਬਲਵਿੰਦਰ ਕੌਰ ਨੇ ਜਿਹੜੀ ਵਿਧਵਾ ਪੈਨਸ਼ਨ ਸੀ ਉਹ ਲਵਾ ਲਈ। ਉਹਦੇ ਸਹੁਰੇ ਦੀ ਮੌਤ ਤੋਂ ਬਾਅਦ ਉਹਦੀ ਸੱਸ ਬਲਵਿੰਦਰ ਕੌਰ ਨੇ ਦੂਸਰਾ ਵਿਆਹ 15 ਨਵੰਬਰ ਤੇ 1995 ਨੂੰ ਦਰਸ਼ਨ ਸਿੰਘ ਪਿੰਡ ਘੁੰਗਰਾਲੀ ਸਿੱਖਾਂ ਜਿਹੜਾ ਸਮਰਾਲੇ ਦੇ ਨੇੜੇ ਪੈਂਦਾ ਕਰਵਾ ਲਿਆ। ਰਮਨ ਨੇ ਦੱਸਿਆ ਕਿ ਉਹਦਾ ਲੜਕਾ ਜਿਹੜਾ ਬਲਜੀਤ ਸਿੰਘ ਹੈ ਉਹਦੇ ਨਾਲ ਫਿਰ ਰਮਨਦੀਪ ਕੌਰ ਦਾ ਵਿਆਹ ਸਾਲ 2014 ਚ ਹੁੰਦਾ ਹੈ। ਪਰ ਉਹਦੀ ਸੱਸ ਦੂਸਰਾ ਵਿਆਹ ਕਰਵਾਉਣ ਦੇ ਬਾਵਜੂਦ ਆਪਣੇ ਸਹੁਰੇ ਭਾਵ ਜਿਹੜਾ ਪਹਿਲਾ ਉਹਦਾ ਪਤੀ ਸੀ ਗੁਰਜੰਟ ਸਿੰਘ ਦੀ ਹਾਲੇ ਵੀ ਪੈਨਸ਼ਨ ਲੈ ਰਹੀ ਹੈ। ਕਾਨੂੰਨ ਅਨੁਸਾਰ ਉਹਦੇ ਤੇ ਕੋਈ ਹੱਕ ਨਹੀਂ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇ। ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ। ਪੜਤਾਲੀਆ ਅਫਸਰ ਨੇ ਰਿਪੋਰਟ ਦਿੱਤੀ ਕਿ ਬਿਲਕੁਲ ਜੇਕਰ ਪੈਨਸ਼ਨਧਾਰੀ ਵਿਧਵਾ ਦੁਆਰਾ ਵਿਆਹ ਕਰਵਾ ਲਿਆ ਜਾਂਦਾ ਹੈ ਤਾਂ ਵਿਆਹ ਕਰਵਾਉਣ ਦੀ ਮਿਤੀ ਤੋਂ ਬਾਅਦ ਉਹ ਪੈਨਸ਼ਨ ਲੈਣ ਦੀ ਹੱਕਦਾਰ ਨਹੀਂ ਰਹਿੰਦੀ। ਦੂਸਰਾ ਵਿਆਹ ਵੀ ਗੁਰਜੰਟ ਸਿੰਘ ਦੇ ਕਿਸੇ ਪਰਿਵਾਰਕ ਮੈਂਬਰ ਨਾਲ ਨਹੀਂ ਉਹਨੇ ਕਰਵਾਇਆ। ਦੂਸਰਾ ਵਿਆਹ ਦਰਸ਼ਨ ਸਿੰਘ ਨਾਲ ਕਰਵਾਇਆ ਜੋ ਗੁਰਜੰਟ ਸਿੰਘ ਦਾ ਕੋਈ ਰਿਸ਼ਤੇਦਾਰ ਵੀ ਨਹੀਂ ਹੈ। ਇਸ ਕਰਕੇ ਬਲਵਿੰਦਰ ਕੌਰ ਵੱਲੋਂ ਦੂਸਰਾ ਵਿਆਹ ਕਰਨ ਤੋਂ ਬਾਅਦ ਜਿਹੜੀ ਪੈਨਸ਼ਨ ਹੁਣ ਤੱਕ ਵਸੂਲੀ ਗਈ ਉਹਦੀ ਰਿਕਵਰੀ ਕਰਨੀ ਬਣਦੀ ਹੈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਦੇਵ ਰਾਜ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਦੂਸਰਾ ਵਿਆਹ ਕਰਵਾਉਣ ਦੇ ਬਾਵਜੂਦ ਪਹਿਲੇ ਪਤੀ ਦੀ ਪੈਨਸ਼ਨ ਲਗਾਤਾਰ ਲੈਂਦੀ ਰਹੀ, ਜਿਸ ਨੂੰ ਪੈਨਸ਼ਨ ਲੈਣ ਦਾ ਕੋਈ ਹੱਕ ਨਹੀਂ ਸੀ।
ਇਸ ਕਰਕੇ ਹੁਣ ਕਾਰਵਾਈ ਕਰ ਦਿੱਤੀ ਗਈ ਹੈ। ਹੁਣ ਤੁਸੀਂ ਇਹ ਦੇਖੋ ਕਿ 2014 ਦਾ ਰਮਨਦੀਪ ਦਾ ਵਿਆਹ ਹੋਇਆ ਹੈ ਇਸ ਮਹਿਲਾ ਦੇ ਲੜਕੇ ਦੇ ਨਾਲ। ਜੇ ਦੋਵਾਂ ਦੀ ਬਣਦੀ ਰਹਿੰਦੀ ਜਾਂ 14 ਤੇ 22 ਦੇ ਵਿੱਚ ਤੁਸੀਂ ਸਾਲ ਦੇਖੋ ਕਿੰਨੇ ਨੇ, 8ਵਾਂ ਸਾਲ ਚੱਲ ਰਿਹਾ ਹੈ। 8 ਸਾਲਾਂ ਦੇ ਵਿੱਚ ਕੀ ਰਮਨਦੀਪ ਕੌਰ ਨੂੰ ਇਹ ਚੇਤਾ ਨਹੀਂ ਸੀ ਕਿ ਇਹ ਆਪਣੀ ਵਿਧਵਾ ਪੈਨਸ਼ਨ ਲੈ ਰਹੀ ਹੈ? ਮੈਂ ਫਿਰ ਉਹੀ ਗੱਲ ਕਹਿ ਰਿਹਾ ਕਿ ਕਈ ਵਾਰੀ ਅਸੀਂ ਫਰਜ਼ਾਂ ਨੂੰ ਨਹੀਂ ਪੂਰਾ ਕਰਦੇ, ਅਸੀਂ ਕੁਤਾਹੀ ਕਰਦੇ ਹਾਂ, ਫਿਰ ਕਹਿੰਦੇ ਹਾਂ ਕਿ ਸਮਾਜ ਬਦਲ ਜੇ। ਸਾਨੂੰ ਆਪਣੇ ਤੋਂ ਤਬਦੀਲੀ ਲਿਆਉਣੀ ਪਊਗੀ। ਇਹ ਦੋਵੇਂ ਖਬਰਾਂ ਨੂੰ ਇਗਨੋਰ ਵੀ ਕੀਤਾ ਜਾ ਸਕਦਾ ਸੀ, ਪਰ ਸੱਚਮੁੱਚ ਖਬਰਾਂ ਵੱਡੀਆਂ ਨੇ। ਇਹ ਦੱਸਦੀਆਂ ਨੇ ਕਿ ਇੱਕ ਮਹਿਲਾ ਆਪਣੇ ਫਰਜ਼ ਸਮਝਦੀ ਹੈ, ਇੱਕ ਰੇਲ ਦੁਰਘਟਨਾ ਨੂੰ ਬਚਾਉਂਦੀ ਹੈ। ਦੂਸਰੀ ਮਹਿਲਾ ਉਦੋਂ ਤੱਕ ਕੋਈ ਫਰਜ਼ ਨਹੀਂ ਸਮਝਦੀ ਜਦੋਂ ਤੱਕ ਸੱਸ ਦੇ ਨਾਲ ਉਹਦਾ ਕਲੇਸ਼ ਨਹੀਂ ਪੈਂਦਾ। ਕਲੇਸ਼ ਪੈਣ ਤੋਂ ਬਾਅਦ ਉਹ ਫਿਰ ਸੂਚਨਾ ਦਿੰਦੀ ਹੈ। ਸੋ ਜੇ ਅਸੀਂ ਕਹਿੰਦੇ ਹਾਂ ਕਿ ਪੰਜਾਬ ਬਦਲੇ ਤਾਂ ਸਾਨੂੰ ਵੀ ਬਦਲਣਾ ਪਏਗਾ। ਹੁਣ ਬਦਲਾਅ ਦੀਆਂ ਖਬਰਾਂ ਲਗਾਤਾਰ ਆਉਂਦੀਆਂ ਨੇ। ਆ ਪੁਲਿਸ ਵਾਲਿਆਂ ਨੇ ਚੇਤਾਵਨੀ ਦਿੱਤੀ ਹੈ, ਕਿਸੇ ਹੋਰ ਨੂੰ ਨਹੀਂ, ਪੁਲਿਸ ਵਾਲਿਆਂ ਨੂੰ ਦਿੱਤੀ ਹੈ, ਕਿਉਂਕਿ ਬੀਤੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਸੀ ਕਿ ਪੰਜਾਬ ਦੇ ਵਿੱਚੋਂ VIP ਕਲਚਰ ਦਾ ਅਸੀਂ ਖਾਤਮਾ ਕਰਨਾ ਚਾਹੁੰਦੇ ਹਾਂ। ਹੁਣ ਇਸ VIP ਕਲਚਰ ਖਤਮ ਕਿਵੇਂ ਕਰਨਾ ਹੈ, ਇਹਦਾ ਖਾਤਮਾ ਕਿਵੇਂ ਹੋਵੇ? ਪੰਜਾਬ ਪੁਲਿਸ ਨੇ ਵੀ ਇਹਦੇ ਲਈ ਕੁਝ ਇੱਕ ਗਤੀਵਿਧੀਆਂ ਵਧਾਈਆਂ ਨੇ। VIP ਕਲਚਰ ਖਤਮ ਕਰਨ ਲਈ ਪੁਲਿਸ ਨੇ ਆਪਣੇ ਅਫਸਰਾਂ ਤੇ ਕਰਮਚਾਰੀਆਂ ਨੂੰ ਦਰਅਸਲ ਇੱਕ ਚੇਤਾਵਨੀ ਦਿੱਤੀ ਹੈ ਅਤੇ ਨਾਲ ਲਿਖਿਆ ਇੱਕ ਚਿੱਠੀ ਦੇ ਵਿੱਚ, ਇੱਕ ਪੱਤਰ ਦੇ ਵਿੱਚ, ਕਿ ਤੁਰੰਤ ਪ੍ਰਭਾਵ ਦੇ ਨਾਲ ਪੁਲਿਸ ਮੁਲਾਜ਼ਮ, ਪੁਲਿਸ ਅਫਸਰ, ਪੁਲਿਸ ਕਰਮਚਾਰੀ ਆਪਣੇ ਬੱਚਿਆਂ ਦੀਆਂ ਆਪਣੀਆਂ ਪ੍ਰਾਈਵੇਟ ਗੱਡੀਆਂ ਤੋਂ ਤੁਰੰਤ ਸਾਇਰਨ ਅਤੇ ਹੂਟਰ ਉਤਾਰ ਦੇਣ। ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵੀ ਬੱਚੇ ਦੀ ਗੱਡੀ, ਉਹ ਪੁਲਿਸ ਅਫਸਰ ਦਾ ਬੱਚਾ ਹੋਵੇ, ਪ੍ਰਾਈਵੇਟ ਉਹਨਾਂ ਦੀ ਗੱਡੀ ਹੋਵੇ, ਉਹ 'ਤੇ ਸਾਇਰਨ ਜਾਂ ਹੂਟਰ ਲੱਗਿਆ ਮਿਲਿਆ ਤਾਂ ਤੁਰੰਤ ਕਾਰਵਾਈ ਕੀਤੀ ਜਾਊਗੀ। ਤੇ ਨਾਲ ਇਹ ਵੀ ਲਿਖਿਆ ਕਿ ਇਹ ਆਵਾਜ਼ ਦਾ ਪ੍ਰਦੂਸ਼ਣ ਵੀ ਕਰਦੇ ਨੇ, ਇਹ ਚੰਗਾ ਨਹੀਂ। ADGP ਟ੍ਰੈਫਿਕ ਨੇ ਸਾਰੇ ਪੁਲਿਸ ਕਮਿਸ਼ਨਰਾਂ ਨੂੰ, SSPs ਨੂੰ ਇਹ ਆਦੇਸ਼ ਭੇਜ ਦਿੱਤੇ ਹੈ। ਪੱਤਰ ਦੇ ਵਿੱਚ ਲਿਖਿਆ ਗਿਆ ਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਪੁਲਿਸ ਅਫਸਰਾਂ ਦੇ ਬੱਚੇ ਅਤੇ ਕਰਮਚਾਰੀਆਂ ਦੇ ਬੱਚੇ ਆਪਣੀਆਂ ਪ੍ਰਾਈਵੇਟ ਗੱਡੀਆਂ ਤੇ ਹੂਟਰ ਵੀ ਲਾ ਕੇ ਰੱਖਦੇ ਤੇ ਸਾਇਰਨ ਵੀ ਵਜਾਉਂਦੇ ਆ, ਜਿਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀਆਂ ਆਉਂਦੀਆਂ ਨੇ। ADGP ਟ੍ਰੈਫਿਕ ਨੇ ਪੁਲਿਸ ਕਮਿਸ਼ਨਰਾਂ ਤੇ SSPs ਨੂੰ ਇਹ ਹਦਾਇਤ ਕਰ ਦਿੱਤੀ ਹੈ ਕਿ ਆਪਣੇ ਅਧੀਨ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ, ਸਾਰੇ ਅਫਸਰਾਂ ਨੂੰ ਤੁਰੰਤ ਮੀਟਿੰਗਾਂ ਕਰਕੇ ਹਦਾਇਤ ਜਾਰੀ ਕਰ ਦੇਣ ਕਿ ਜੇਕਰ ਪਬਲਿਕ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਿਸੇ ਦੇ ਖਿਲਾਫ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਠੋਕ ਕੇ ਕਾਰਵਾਈ ਹੋਊਗੀ। ਹੁਣ ਇਸ ਗੱਲ ਦਾ ਤਾਂ ਉਸ ਪੱਤਰ ਦੇ ਵਿੱਚ ਜ਼ਿਕਰ ਹੈ, ਸਾਇਰਨ ਤੇ ਹੂਟਰ ਦਾ, ਪਰ ਇੱਕ ਗੱਲ ਹੋਰ ਵੀ ਨਜ਼ਰ ਦੇ ਵਿੱਚ ਆਉਂਦੀ ਹੈ। ਉਹ ਇਹ ਹੈ ਕਿ ਪੁਲਿਸ ਵਾਲਿਆਂ ਦੇ ਉਹ ਆਪਣੇ ਬੱਚੇ ਨਹੀਂ, ਪਰਿਵਾਰਕ ਜੀ ਨਹੀਂ, ਪਰ ਦੂਰ ਨੇੜੇ ਦੇ ਰਿਸ਼ਤੇਦਾਰ ਨੇ। ਉਹਨਾਂ ਨੇ ਵੀ ਆਪਣੀਆਂ ਗੱਡੀਆਂ ਦੇ ਉੱਤੇ ਆ ਪੁਲਿਸ ਵਾਲੇ ਸਟicker ਲਾਏ ਹੋਏ ਨੇ। ਹਾਲਾਂਕਿ ਮੈਂ ਫਿਰ ਦੱਸ ਦਿਆਂ ਕਿ ਇਸ ਪੱਤਰ ਦੇ ਵਿੱਚ ਜਿਹੜਾ ADGP ਨੇ ਲਿਖਿਆ ਹੈ, ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਹਦਾਇਤ ਨਹੀਂ ਤੇ ਅਪੀਲ ਹੈ ADGP ਸਾਹਿਬ ਕਿ ਆਹ ਸਾਇਰਨ ਤੇ ਹੂਟਰ ਵਾਲੀ ਗੱਲ ਤਾਂ ਤੁਹਾਡੀ ਦੁਰਸਤ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਆ ਸਟickਰਾਂ ਦੇ ਉੱਤੇ ਵੀ ਨਜ਼ਰ ਮਾਰਿਓ। ਉਹਨਾਂ ਦਾ ਦਰਅਸਲ ਪੰਜਾਬ ਦੇ ਪੁਲਿਸ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ, ਹਾਂ ਦੂਰ ਨੇੜੇ ਦੀ ਰਿਸ਼ਤੇਦਾਰੀ ਜ਼ਰੂਰ ਹੁੰਦੀ ਹੈ। ਸੋ ਉਮੀਦ ਹੈ ਕਿ ਜੇਕਰ ਅਸੀਂ ਆਪਣੇ ਫਰਜ਼ਾਂ ਦੀ ਪੂਰਤੀ ਕਰੀਏ ਤਾਂ ਬਦਲਾਅ ਆ ਸਕਦਾ ਹੈ। ਤੇ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਲਈ ਇੱਕ ਖੁਸ਼ਖਬਰੀ ਹੈ। ਲੰਬੇ ਸਮੇਂ ਤੋਂ ਬੇਰੁਜ਼ਗਾਰੀ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ, ਵਾਧਾ ਹੁੰਦਾ ਜਾ ਰਿਹਾ ਹੈ। ਬੇਰੁਜ਼ਗਾਰ ਨੌਜਵਾਨ ਤੇ ਮੁਟਿਆਰਾਂ ਗਲਤ ਰਸਤਿਆਂ ਤੇ ਵੀ ਤੁਰਦੇ ਆ ਫਿਰ। ਪਰ ਹੁਣ ਖਬਰ ਹੈ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਵੱਡੀ ਤਿਆਰੀ ਕਰ ਰਹੀ ਹੈ। ਇਹਦੇ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ 20,000 ਦੇ ਕਰੀਬ ਵੱਖ-ਵੱਖ ਸਰਕਾਰੀ ਮਹਿਕਮਿਆਂ ਦੇ ਵਿੱਚ ਨੌਕਰੀਆਂ ਅਤੇ ਭਰਤੀ ਦੀ ਪ੍ਰਕਿਰਿਆ ਜਲਦੀ ਸ਼ੁਰੂ ਕਰ ਦਿੱਤੀ ਜਾਏਗੀ। ਦੱਸਿਆ ਜਾ ਰਿਹਾ ਹੈ ਕਿ ਇਹਦੇ ਲਈ ਵਿੱਤ ਵਿਭਾਗ ਨੇ ਜਿਹੜੀ ਆਪਣੀ ਮਨਜ਼ੂਰੀ ਦੇਣੀ ਹੁੰਦੀ ਆ, ਆਖਰੀ ਮਨਜ਼ੂਰੀ ਦੇ ਦਿੱਤੀ ਹੈ। ਇਹ ਵੀ ਦੱਸਿਆ ਜਾ ਰਿਹਾ ਕਿ 10 ਅਪ੍ਰੈਲ ਤੋਂ ਪਹਿਲਾਂ ਹੀ ਇਹਨਾਂ ਨੌਕਰੀਆਂ ਦੇ ਸੰਬੰਧ ਦੇ ਵਿੱਚ ਇਸ਼ਤਿਹਾਰ ਜਾਰੀ ਕਰ ਦਿੱਤੇ ਜਾਣਗੇ। ਜਿਹੜੀ ਰਿਪੋਰਟ ਮਿਲੀ ਆ ਉਸ ਦੇ ਮੁਤਾਬਕ ਪੰਜਾਬ ਦੇ ਵਿੱਚ ਹਰ ਸਾਲ, ਸਾਲਾਨਾ ਮੈਂ ਗੱਲ ਕਰ ਰਿਹਾ ਕਿ ਹਰ ਸਾਲ 1 ਤੋਂ 1.5 ਲੱਖ ਬੇਰੁਜ਼ਗਾਰ ਵੱਧ ਜਾਂਦੇ ਆ। ਅਜਿਹੇ 'ਚ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੇ ਇਹਨਾਂ ਭਰਤੀਆਂ ਦੇ ਉੱਤੇ ਟੇਕ ਰੱਖੀ ਹੋਈ ਆ, ਆਸ ਲਗਾਈ ਹੋਈ ਹੈ। ਇਹਦੇ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ 3 ਵੱਡੇ ਵਿਭਾਗਾਂ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਭਰਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਹਨਾਂ ਵਿੱਚ ਮੁੱਖ ਤੌਰ ਤੇ ਫਾਈਨਾਂਸ, ਖੇਤੀਬਾੜੀ ਅਤੇ ਸਥਾਨਕ ਵਿਭਾਗ ਦੱਸੇ ਜਾ ਰਹੇ ਨੇ। ਇਹਨਾਂ ਅਹੁਦਿਆਂ ਤੇ ਭਰਤੀ ਲਈ ਇਸੇ ਮਹੀਨੇ ਇਸ਼ਤਿਹਾਰ ਜਾਰੀ ਹੋਣ ਦੀ ਸੰਭਾਵਨਾ ਹੈ। ਇਹਦੇ ਤੋਂ ਇਲਾਵਾ ਹਰ ਸਾਲ ਵੱਡੇ ਪੱਧਰ ਤੇ ਮੁਲਾਜ਼ਮ ਸੇਵਾ ਮੁਕਤ ਵੀ ਹੁੰਦੇ ਨੇ, ਜਿਨ੍ਹਾਂ ਦਾ ਡਾਟਾ ਉਹ ਵੀ ਤਿਆਰ ਸਰਕਾਰ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ, ਤਾਂ ਕਿ ਸਰਕਾਰ ਦੇਖੇ ਕਿ ਉਹ ਕਿੰਨੀਆਂ ਭਰਤੀਆਂ ਕਰ ਸਕਦੀ ਹੈ ਤੇ ਕਿੰਨਾ ਕੁ ਖਜ਼ਾਨਾ ਉਹਨਾਂ ਦਾ ਵਜ਼ਨ ਝੱਲ ਸਕਦਾ ਹੈ, ਕਿੰਨੀਆਂ ਕੁ ਪੈਨਸ਼ਨਾਂ ਦੇਣੀਆਂ ਨੇ ਅਤੇ ਕਿੰਨੀ ਕੁ ਉਹਨਾਂ ਨੂੰ ਤਨਖਾਹ ਦੇਣੀ ਪਏਗੀ। ਪਰ ਸੱਚਮੁੱਚ ਹਸਪਤਾਲਾਂ ਵਿੱਚ, ਸਕੂਲਾਂ ਵਿੱਚ, ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਵਿੱਚ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਨੇ। ਪੰਜਾਬ ਦੇ ਵਿੱਚ ਬੇਰੁਜ਼ਗਾਰ ਪੜ੍ਹਿਆ ਲਿਖਿਆ ਨੌਜਵਾਨ ਤਬਕਾ ਬਹੁਤ ਹੈ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਲਾਰਿਆਂ ਲੱਪਿਆਂ 'ਚ ਨਾ ਪਿਛਲੀਆਂ ਸਰਕਾਰਾਂ ਵਾਂਗ ਰੱਖਿਆ ਜਾਵੇ। ਸੱਚਮੁੱਚ ਨੌਜਵਾਨਾਂ ਵਾਸਤੇ ਰੁਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਜਾਣ ਅਤੇ ਜੇ ਸਰਕਾਰੀ ਨੌਕਰੀਆਂ ਦੇ ਉੱਤੇ ਭਰਤੀਆਂ ਕੀਤੀਆਂ ਜਾਣੀਆਂ ਨੇ ਤਾਂ ਉਹਨਾਂ ਨੂੰ ਹੌਲੀ-ਹੌਲੀ ਕਰਕੇ ਪੂਰਾ ਕੀਤਾ ਜਾਵੇ। ਤੇ ਅਗਲੀ ਗੱਲ ਆ ਸੱਚਮੁੱਚ ਬਹੁਤ ਮਹੱਤਵਪੂਰਨ ਹੈ। ਅਕਸਰ ਸੁਣਦੇ ਰਹੇ ਹਾਂ ਕਾਂਗਰਸ ਪਾਰਟੀ ਤੋਂ ਵੀ, ਅਕਾਲੀਆਂ ਤੋਂ ਵੀ, ਜਦੋਂ ਉਹ ਸੱਤਾ 'ਚ ਨਹੀਂ ਹੁੰਦੇ, ਕਿ ਪੰਜਾਬ ਨਾਲ ਧੱਕਾ ਹੈ। ਪਰ ਪੰਜਾਬ ਨਾਲ ਧੱਕੇ ਦੀ ਤਸਵੀਰ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪੇਸ਼ ਕੀਤੀ ਹੈ, ਸੱਚਮੁੱਚ ਸੋਚਣ ਤੇ ਵਿਚਾਰਨ ਵਾਲੀ ਹੈ। ਉਹਨਾਂ ਨੇ ਇੱਕ ਚਿੱਠੀ ਜਨਤਕ ਕੀਤੀ ਹੈ, ਉਹ ਹੈ 9 ਮਾਰਚ ਤੇ 2016 ਦੀ। 9 ਮਾਰਚ ਤੇ 2016 ਨੂੰ ਇੱਕ ਚਿੱਠੀ ਲਿਖੀ ਹੋਈ ਹੈ। ਉਹ ਚਿੱਠੀ ਲਿਖੀ ਹੋਈ ਹੈ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ। ਚਿੱਠੀ ਦੇ ਨਾਲ ਹੀ ਇਸੇ ਚਿੱਠੀ ਦਾ ਹਵਾਲਾ ਕਹੀਏ ਜਾਂ ਇਸੇ ਤਰ੍ਹਾਂ ਦੀ ਬਿਲਕੁਲ ਗੱਲਬਾਤ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਆਖੀ। ਆ ਧੱਕੇਸ਼ਾਹੀ ਦਾ ਹਵਾਲਾ ਦਿੱਤਾ ਹੈ। ਮੁੱਖ ਮੰਤਰੀ ਮਾਨ ਹੋਰਾਂ ਨੇ ਦੋਸ਼ ਲਗਾਇਆ ਹੈ ਕਿ ਪਠਾਨਕੋਟ ਦੇ ਵਿੱਚ ਅੱਤਵਾਦੀ ਹਮਲੇ ਲਈ ਭਾਰਤ ਸਰਕਾਰ ਵੱਲੋਂ ਜਿਹੜੀ ਫੌਜੀ ਕਾਰਵਾਈ ਕੀਤੀ ਗਈ ਸੀ, ਉਸ ਫੌਜੀ ਕਾਰਵਾਈ ਦੇ ਲਈ 7.5 ਕਰੋੜ ਰੁਪਏ ਪੰਜਾਬ ਕੋਲੋਂ ਮੰਗੇ ਗਏ ਸੀ, ਪੰਜਾਬ ਦੇ ਖਜ਼ਾਨੇ ਤੇ ਬੋਝ ਪਾਇਆ ਗਿਆ ਸੀ। ਮਾਨ ਸਾਹਿਬ ਕਹਿੰਦੇ ਕਿ ਉਸ ਵਕਤ ਮੈਂ ਸੰਸਦ ਮੈਂਬਰ ਸੀ। ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਆਪਣੇ ਸਾਥੀ ਸੰਸਦ ਮੈਂਬਰ ਸਾਧੂ ਸਿੰਘ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ। ਕਹਿੰਦੇ ਅਸੀਂ ਆਖਿਆ ਕਿ ਜੇਕਰ ਤੁਸੀਂ ਇਹ ਪੈਸੇ ਲੈਣੇ ਹੀ ਹੈ, ਪੰਜਾਬ ਦੇ ਖਜ਼ਾਨੇ 'ਚੋਂ ਨਾ ਲਾਓ, ਪੰਜਾਬ ਤਾਂ ਪਹਿਲਾਂ ਹੀ ਕਰਜ਼ਈ ਹੈ, ਤੁਸੀਂ ਇਹ ਰਕਮ ਹੈ ਜਿਹੜੀ ਸਾਡੇ MP ਕੋਟੇ ਦੇ ਵਿੱਚੋਂ ਕੱਟ ਲਿਓ। ਪਰ ਨਾਲ ਸ਼ਰਤ ਰੱਖ ਦਿੱਤੀ, ਜਿੱਥੋਂ ਰਾਜਨਾਥ ਸਿੰਘ ਹੋਰੀ ਤਿਲਕ ਗਏ, ਕਿ ਇੰਜ ਕਰੋ, ਨਾਲ ਤੁਸੀਂ ਸਾਨੂੰ ਫਿਰ ਲਿਖ ਕੇ ਦੇ ਦਿਓ ਕਿ ਪੰਜਾਬ ਨੂੰ ਫੌਜ ਅਸੀਂ ਕਿਰਾਏ ਤੇ ਦਿੱਤੀ ਸੀ। ਇਹ ਵੀ ਲਿਖ ਕੇ ਦੇ ਦਿਓ ਕਿ ਪੰਜਾਬ ਭਾਰਤ ਦਾ ਹਿੱਸਾ ਹੈ ਨਹੀਂ, ਜੇ ਹੈਗਾ ਤਾਂ ਉਹ ਵੀ ਲਿਖ ਕੇ ਦੇ ਦਿਓ। ਉਹ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਜਦੋਂ ਬੰਦੂਕ ਦੀ ਗੋਲੀ ਚੱਲਦੀ ਹੈ, ਜਦੋਂ ਵੈਰੀ ਵਾਰ ਕਰਦਾ ਹੈ, ਤਾਂ ਸਭ ਤੋਂ ਪਹਿਲਾਂ ਪੰਜਾਬੀਆਂ ਦੀ ਛਾਤੀ ਤੇ ਚੱਲਦੀ ਹੈ। ਕਹਿੰਦੇ ਮੈਂ ਇਹ ਵੀ ਦੱਸਿਆ ਕਿ ਤੁਹਾਨੂੰ ਯਾਦ ਕਰਵਾ ਦਿਆਂ ਕਿ ਆ ਮੁਲਕ ਆਜ਼ਾਦ ਕਰਾਉਣ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਨੇ। ਹੁਣ ਇਹ ਘਟਨਾਕ੍ਰਮ ਵਾਪਰਿਆ ਕਿਵੇਂ ਸੀ, ਮੈਂ ਤੁਹਾਨੂੰ ਇਹ ਵੀ ਯਾਦ ਕਰਵਾ ਦਿਆਂ ਕਿ ਪਠਾਨਕੋਟ ਏਅਰਵੇਸ ਤੇ 2 ਜਨਵਰੀ ਤੇ 2016 ਨੂੰ ਇੱਕ ਅੱਤਵਾਦੀ ਹਮਲਾ ਹੋਇਆ ਸੀ, ਜਿਸ ਦੇ ਵਿੱਚ ਭਾਰਤੀ ਫੌਜ ਦੀ ਵਰਤੀ ਦੇ ਵਿੱਚ ਕੁਝ ਹਥਿਆਰਬੰਦ ਅੱਤਵਾਦੀ ਆਏ ਸੀ ਤੇ ਉਹਨਾਂ ਨੇ ਏਅਰਬੇਸ ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਦੇ ਜਵਾਬ ਦੇ ਲਈ ਭਾਰਤੀ ਫੌਜ ਉਹਦਾ ਜਦੋਂ ਮੁਕਾਬਲਾ ਕਰ ਰਹੀ ਸੀ ਤੇ 7 ਜਵਾਨ ਸ਼ਹੀਦ ਵੀ ਹੋ ਗਏ ਸੀ। ਜਾਂਚ ਵਿੱਚ ਪਤਾ ਲੱਗਿਆ ਸੀ ਕਿ ਸਾਰੇ ਅੱਤਵਾਦੀ ਰਾਵੀ ਨਦੀ ਦੇ ਰਾਹੀਂ ਸਰਹੱਦ ਪਾਰ ਕਰਕੇ ਭਾਰਤ ਵਿੱਚ ਆਏ ਸੀ ਅਤੇ ਭਾਰਤ ਦੇ ਵਿੱਚ ਪੁੱਜਣ ਤੋਂ ਬਾਅਦ ਉਹਨਾਂ ਨੇ ਕੁਝ ਗੱਡੀਆਂ ਹਾਈਜੈਕ ਕੀਤੀਆਂ ਸੀ ਅਤੇ ਉਹਨਾਂ ਦੇ ਜ਼ਰੀਏ ਉਹ ਪਠਾਨਕੋਟ ਏਅਰਬੇਸ ਪਹੁੰਚੇ ਸੀ। ਉਹ ਤੋਂ ਬਾਅਦ ਭਾਰਤੀ ਫੌਜ ਦੇ ਨਾਲ ਉਹਨਾਂ ਦਾ ਮੁਕਾਬਲਾ ਹੋਇਆ ਸੀ ਤੇ ਮੁਕਾਬਲੇ ਦੇ ਵਿੱਚ 5 ਅੱਤਵਾਦੀ ਵੀ ਢੇਰ ਕਰ ਦਿੱਤੇ ਗਏ ਸੀ। ਹੁਣ ਤੁਸੀਂ ਦੇਖੋ ਕਿ ਇਹ ਭਗਵੰਤ ਮਾਨ ਹੋਰਾਂ ਦੀ ਚਿੱਠੀ ਉਹਨਾਂ ਨਾਲ ਟਵੀਟ ਵੀ ਕਰ ਦਿੱਤੀ ਹੈ ਤੇ ਨਾਲ ਵਿਧਾਨ ਸਭਾ ਵਿੱਚ ਇਸ ਗੱਲ ਦਾ ਹਵਾਲਾ ਵੀ ਦਿੱਤਾ ਹੈ। ਇਹਦਾ ਮਤਲਬ ਜਿਹੜੀਆਂ ਪਹਿਲੀਆਂ ਸਰਕਾਰਾਂ ਅੱਜ ਤੱਕ ਆਉਂਦੀਆਂ ਰਹੀਆਂ, ਜੇ ਬਿੱਲ ਆ ਗਏ ਤੇ ਭਰ ਦਿਓ, ਬਿੱਲ ਭਰਨ ਵਾਸਤੇ ਕਰਜ਼ਾ ਚੁੱਕ ਲਓ, ਪਰ ਅਲਟੀਮੇਟਲੀ ਉਹ ਕਰਜ਼ਾ ਮੋੜਨਾ ਕਿਹਨੇ ਹੈ? ਤੁਸੀਂ ਆਪਣੇ ਭੱਤੇ ਜਿੰਨੇ ਮਰਜ਼ੀ ਵਧਾ ਲਓ, ਪੈਨਸ਼ਨਾਂ ਜਿੰਨੀਆਂ ਮਰਜ਼ੀ ਕਰ ਲਓ, ਹਸਪਤਾਲਾਂ ਦੇ ਵਿੱਚੋਂ ਭਾਵੇਂ ਜਿਹੜੇ ਮਰਜ਼ੀ ਹਸਪਤਾਲ ਦੇ ਵਿੱਚੋਂ ਇਲਾਜ ਆਪਣਾ ਜਿੰਨਾ ਮਰਜ਼ੀ ਕਰਵਾ ਲਓ, ਪਰ ਪੰਜਾਬ ਦੇ ਲੋਕਾਂ ਨੂੰ ਕੀ ਮਿਲਿਆ? ਛਿੱਕੂ। ਆ ਸੱਚਮੁੱਚ ਪੰਜਾਬ ਦੇ ਖਜ਼ਾਨੇ ਦੀ ਜਿਹੜੀ ਆ ਸਥਿਤੀ ਹੋਈ ਹੈ, ਆ ਲੀਕੇਜ ਦੀਆਂ ਖਬਰਾਂ ਹੁਣ ਬਾਹਰ ਆ ਰਹੀਆਂ ਨੇ। ਉਹ ਕਹਿੰਦੇ ਫਿਰ ਸਾਡੇ ਕਹਿਣ ਤੇ ਰਾਜਨਾਥ ਸਿੰਘ ਹੋਰਾਂ ਨੇ ਉਹ 7.5 ਕਰੋੜ ਦੇ ਉੱਤੇ ਲਕੀਰ ਮਾਰੀ, ਨਹੀਂ ਤਾਂ ਭਾਈ ਉਹ ਪੰਜਾਬ ਨੂੰ ਦੇਣਾ ਪੈਣਾ ਸੀ। ਤੇ ਹੁਣ
ਜਿਹੜਾ ਮਤਾ ਪਾਸ ਕੀਤਾ ਗਿਆ ਪੰਜਾਬ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਦੇ ਨਾਲ, ਉਹਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਰਥਹੀਣ ਦੱਸ ਰਹੇ ਨੇ। ਕਿਉਂਕਿ ਕੱਲ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ, ਜਾਂ ਮੈਂ ਇਹ ਆਖ ਸਕਦਾ ਕਿ ਪ੍ਰਮੁੱਖ ਸਿਆਸੀ ਧਿਰਾਂ, ਉਹਨਾਂ ਦੇ ਵਿੱਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵੀ, ਉਹਨਾਂ ਦੇ ਵਿੱਚ ਕਾਂਗਰਸ ਪਾਰਟੀ ਵੀ, ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਅਤੇ ਉਹਨਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਵੀ, ਇਹਨਾਂ ਸਾਰੀਆਂ ਪਾਰਟੀਆਂ ਨੇ ਚੰਡੀਗੜ੍ਹ ਸਮੇਤ ਪੰਜਾਬ ਦੇ ਹੋਰ ਜਿਹੜੇ ਬੁਨਿਆਦੀ ਮਸਲੇ ਸੀ ਉਹਨਾਂ ਦੇ ਉੱਤੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਨਾਲ ਸਾਂਝੀ ਲੜਾਈ ਲੜਨ ਦਾ ਐਲਾਨ ਵੀ। ਅਤੇ ਵਿਧਾਨ ਸਭਾ ਦਾ ਇਹ ਇੱਕ ਰੋਜ਼ਾ ਸੈਸ਼ਨ ਖਾਸ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਸੀ ਤੇ ਕੇਂਦਰੀ ਸੇਵਾ ਨਿਯਮ ਜਿਹੜੇ ਚੰਡੀਗੜ੍ਹ ਦੇ ਵਿੱਚ ਲਾਗੂ ਕਰਨ ਦਾ ਫੈਸਲਾ ਸੁਣਾਇਆ ਗਿਆ ਸੀ, ਉਹਦੇ ਖਿਲਾਫ ਇਹ ਸੈਸ਼ਨ ਸੱਦਿਆ ਗਿਆ ਸੀ। ਤੇ ਮੈਂ ਦੱਸ ਦਿਆਂ ਕਿ ਇਸ ਮਤੇ ਦੇ ਉੱਤੇ ਸਿਰਫ ਤੇ ਸਿਰਫ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਸਾਰੀਆਂ ਸਿਆਸੀ ਧਿਰਾਂ ਨੇ ਸਰਬਸੰਮਤੀ ਦਿਖਾਈ ਤੇ ਮਤਾ ਪਾਸ ਕਰ ਦਿੱਤਾ। ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਉਹ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦੀ ਗਾਰੰਟੀ ਦੇਣਾ ਚਾਹੁੰਦੇ ਹੈ ਕਿ ਉਹ ਪੰਜਾਬ ਦੇ ਹੱਕਾਂ ਤੋਂ ਪਾਸਾ ਨਹੀਂ ਵੱਟਣਗੇ ਅਤੇ ਨਾ ਹੀ ਦੋਗਲੀ ਨੀਤੀ ਅਪਣਾਉਣਗੇ। ਉਹਨਾਂ ਇਹ ਵੀ ਕਿਹਾ ਕਿ ਇਸ ਸਮੇਂ ਦੇਸ਼ ਦੇ ਜਮਹੂਰੀ ਢਾਂਚੇ ਨੂੰ ਬਚਾਉਣ ਦੇ ਵਾਸਤੇ ਸਾਂਝੀ ਲੜਾਈ ਲੜਨ ਦੀ ਲੋੜ ਹੈ। ਇਸ ਕਰਕੇ ਸਾਰੀਆਂ ਸਿਆਸੀ ਧਿਰਾਂ ਜਿਹੜੇ ਸਿਆਸੀ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਭੁਲਾਉਣ ਅਤੇ ਪੰਜਾਬ ਦੇ ਹਿੱਤਾਂ ਦੇ ਵਾਸਤੇ ਇੱਕ ਮੰਚ ਤੇ ਇਕੱਠੀਆਂ ਹੋਣ। ਉਹਨਾਂ ਡੰਕੇ ਦੀ ਚੋਟ ਤੇ ਇਹ ਗੱਲ ਵੀ ਆਖੀ ਕਿ ਜਿਹੜਾ ਨਾਰਾਜ਼ ਹੁੰਦਾ ਹੋ ਜਾਵੇ, ਜਿਹਨੂੰ ਜਿੱਡਾ ਮਰਜ਼ੀ ਘਾਟਾ ਪੈਂਦਾ ਪੈ ਜਾਵੇ, ਪਰ ਮੈਂ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨ ਤੋਂ ਪਿਛਾਂਹ ਨਹੀਂ ਹਟਦਾ। ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਸਿਵਲ ਸੇਵਾਵਾਂ ਦੇ ਜਿਹੜੇ ਨਿਯਮ ਸੀ ਉਹ ਲਾਗੂ ਹੁੰਦੇ ਸੀ ਤੇ ਉਹ ਲਾਗੂ ਹੋਣੇ ਦਰਸਾਉਂਦੇ ਕੀ ਨੇ, ਸੰਕੇਤ ਕੀ ਦਿੰਦੇ ਨੇ? ਉਹ ਸੰਕੇਤ ਇਹ ਦਿੰਦੇ ਸੀ, ਇਸ ਗੱਲ ਦਾ ਪ੍ਰਤੀਕ ਸੀ ਕਿ ਚੰਡੀਗੜ੍ਹ ਤੇ ਜੇਕਰ ਬੁਨਿਆਦੀ ਹੱਕ ਹੈ ਕਿਸੇ ਦਾ ਤਾਂ ਉਹ ਪੰਜਾਬ ਦਾ ਹੈ, ਪਰ ਭਾਜਪਾ ਅਜਿਹੇ ਮੁੱਦਿਆਂ ਦੇ ਪ੍ਰਤੀ ਸੰਵੇਦਨਸ਼ੀਲ ਨਜ਼ਰ ਨਹੀਂ ਆ ਰਹੀ। ਦੂਸਰੀ ਗੱਲ, ਉਹਦੇ ਵਿਧਾਇਕਾਂ ਦੇ ਦੁਆਰਾ ਮਤੇ ਦੀ ਹਮਾਇਤ ਨਾ ਕੀਤੇ ਜਾਣਾ ਵੀ ਪੰਜਾਬੀਅਤ ਦੀ ਭਾਵਨਾ ਦੇ ਵਿਰੁੱਧ ਜਾਂਦਾ ਹੈ। ਇਹ ਕੋਈ ਜਜ਼ਬਾਤੀ ਮੁੱਦਾ ਨਹੀਂ, ਹੋ ਸਕਦਾ ਕਈ ਇਹਨੂੰ ਜਜ਼ਬਾਤੀ ਸਮਝਦੇ ਹੋਣ, ਪਰ ਇਹ ਜਜ਼ਬਾਤੀ ਮੁੱਦਾ ਨਹੀਂ, ਸਗੋਂ ਇਹਦਾ ਇਤਿਹਾਸਕ ਤੇ ਸੱਭਿਆਚਾਰਕ ਮਹੱਤਵ ਹੈ। ਯਾਦ ਕਰੋ, ਭਾਰਤ ਪਾਕਿਸਤਾਨ ਵੰਡ ਭਾਵ 1947 ਵਿੱਚ ਪੰਜਾਬ ਤੇ ਪੰਜਾਬੀਆਂ ਨੂੰ ਆਜ਼ਾਦੀ ਦੀ ਵੱਡੀ ਕੀਮਤ ਚੁਕਾਉਣੀ ਪਈ ਸੀ। ਬਸਤੀਵਾਦੀ ਨੀਤੀਆਂ ਕਹੋ, ਧਾਰਮਿਕ ਕੱਟੜਤਾ ਕਹੋ, ਉਹਨੇ ਪੰਜਾਬੀਆਂ ਨੂੰ ਖੱਜਲ ਵੀ ਕੀਤਾ ਤੇ ਖੁਆਰ ਵੀ ਕੀਤਾ। ਧਾਰਮਿਕ ਕੱਟੜਤਾ ਉਹਨਾਂ ਦਿਨਾਂ ਦੇ ਵਿੱਚ ਸਿਰ ਚੜ੍ਹ ਕੇ ਬੋਲੀ। ਭੈਣ ਭਰਾ ਮਾਰੂ ਹਿੰਸਾ ਦੇ ਵਿੱਚ 10 ਲੱਖ ਪੰਜਾਬੀਆਂ ਦੀਆਂ ਜਾਨਾਂ ਗਈਆਂ, ਲੱਖਾਂ ਘਰੋਂ ਬੇਘਰ ਹੋ ਗਏ ਤੇ ਜਿਨ੍ਹਾਂ ਥਾਵਾਂ ਤੇ ਉਹ ਸਦੀਆਂ ਤੋਂ ਵਸਦੇ ਸੀ ਉਹ ਘੁੱਗ ਵਾਸਤੇ ਲੋਕਾਂ ਨੇ ਉਜਾੜੇ ਦਾ ਸੰਤਾਪ ਵੀ ਹੰਢਾਇਆ। ਲੱਖਾਂ ਲੋਕ ਲਹਿੰਦੇ ਪੰਜਾਬ ਤੋਂ ਉੱਜੜ ਕੇ ਚੜ੍ਹਦੇ ਪੰਜਾਬ ਦੇ ਵਿੱਚ ਆਏ ਤੇ ਇੱਧਰੋਂ ਉੱਜੜ ਕੇ ਉੱਧਰ ਵੀ ਗਏ। ਹੁਣ ਜਿਹੜੇ ਲਹਿੰਦੇ ਪੰਜਾਬ ਤੋਂ ਉੱਜੜ ਕੇ ਚੜ੍ਹਦੇ ਪੰਜਾਬ ਵਿੱਚ ਆਏ ਸੀ, ਸਦੀਆਂ ਤੋਂ ਉਹਨਾਂ ਨੇ ਤਾਂ ਪੰਜਾਬ ਦੀ ਰਾਜਧਾਨੀ ਜਾਂ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਲਾਹੌਰ ਵੇਖਿਆ ਸੀ। ਲਾਹੌਰ ਤਾਂ ਲਹਿੰਦੇ ਪੰਜਾਬ ਦੇ ਵਿੱਚ ਰਹਿ ਗਿਆ ਸੀ। ਫਿਰ ਚੜ੍ਹਦੇ ਪੰਜਾਬ ਨੂੰ ਇੱਕ ਨਵੀਂ ਰਾਜਧਾਨੀ ਜਾਂ ਨਵੇਂ ਲਾਹੌਰ ਦੀ ਤਲਾਸ਼ ਉਹ ਚੰਡੀਗੜ੍ਹ ਦੇ ਰੂਪ ਦੇ ਵਿੱਚ ਸਾਕਾਰ ਹੋਇਆ। ਉਸ ਜ਼ਮੀਨ ਤੇ ਚੰਡੀਗੜ੍ਹ ਵਸਾਇਆ ਗਿਆ ਜਿੱਥੇ 50 ਤੋਂ ਵੱਧ ਪੁਆਧੀ ਪੰਜਾਬੀ ਬੋਲਦੇ ਪਿੰਡ ਘੁੱਗ ਵਸਦੇ ਸੀ। ਭਾਰਤ ਵਿੱਚ 1956 ਵਿੱਚ ਭਾਸ਼ਾਵਾਂ ਦੇ ਆਧਾਰ ਤੇ ਸੂਬੇ ਬਣਾਏ ਗਏ, ਪਰ ਪੰਜਾਬ ਛੱਡ ਦਿੱਤਾ ਗਿਆ। ਪੰਜਾਬੀਆਂ ਦੀ ਪੰਜਾਬੀ ਭਾਸ਼ਾ ਦੇ ਆਧਾਰ ਤੇ ਸੂਬੇ ਦੀ ਹੱਕੀ ਮੰਗ ਸੀ, ਵਾਜਬ ਵੀ ਸੀ ਕਿ ਜੇ ਬਾਕੀ ਸੂਬੇ ਭਾਸ਼ਾ ਦੇ ਆਧਾਰ ਤੇ ਫਿਰ ਪੰਜਾਬ ਕਿਉਂ ਨਹੀਂ। ਇਹਦੇ ਵਾਸਤੇ ਵੀ ਪੰਜਾਬੀਆਂ ਨੇ ਮੋਰਚੇ ਲਾਏ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਪੰਜਾਬੀ ਸੂਬਾ ਬਣਾਉਣ ਦੀ ਅਗਵਾਈ ਕੀਤੀ ਤੇ ਪੰਜਾਬੀਆਂ ਦੇ ਉਸ ਵਕਤ ਦਿਲ ਵੀ ਜਿੱਤੇ ਤੇ ਬਾਅਦ 'ਚ ਸੱਤਾ ਵੀ ਪ੍ਰਾਪਤ ਕੀਤੀ। 1 ਨਵੰਬਰ ਨੂੰ ਸਾਲ 1966 ਸੀ ਆ ਹੁਣ ਵਾਲਾ ਪੰਜਾਬ ਹੋਂਦ 'ਚ ਆਇਆ, ਪਰ ਚੰਡੀਗੜ੍ਹ ਬਾਰੇ ਕੋਈ ਫੈਸਲਾ ਹੀ ਨਹੀਂ ਕੀਤਾ ਗਿਆ। ਇਸ ਮੰਗ ਨੂੰ ਮਨਵਾਉਣ ਦੇ ਵਾਸਤੇ ਦਰਸ਼ਨ ਸਿੰਘ ਫੇਰੂਮਾਨ ਹੋਰਾਂ ਨੇ ਆਪਣੀ ਕੁਰਬਾਨੀ ਦਿੱਤੀ, ਜਾਨ ਦਿੱਤੀ। ਫਿਰ 1985 ਦੇ ਵਿੱਚ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ। ਉਸ ਸਮਝੌਤੇ ਦੇ ਅਧੀਨ ਫਿਰ ਚੰਡੀਗੜ੍ਹ ਪੰਜਾਬ ਨੂੰ ਸੌਂਪਣ ਦਾ ਫੈਸਲਾ ਕੀਤਾ ਗਿਆ। ਜਿੰਨੇ ਸਮਝੌਤੇ ਹੁੰਦੇ ਰਹੇ ਕਿ ਚੰਡੀਗੜ੍ਹ ਪੰਜਾਬ ਦਾ ਸਾਰਿਆਂ 'ਚ ਦਰਜ ਹੈ, ਪਰ ਇਹ ਵੀ ਗੱਲ ਅਤ ਅਫਸੋਸ ਨਾਲ ਦੱਸਣੀ ਪੈਂਦੀ ਹੈ ਕਿ ਅਮਲੀ ਰੂਪ ਕਿਸੇ ਵੀ ਸਮਝੌਤੇ ਨੂੰ ਦਿੱਤਾ ਨਹੀਂ ਜਾ ਸਕਿਆ। ਇਹ ਪੰਜਾਬ ਵਾਸਤੇ ਇੱਕ ਵੱਡਾ ਦੁਖਾਂਤ ਆਖਿਆ ਜਾ ਸਕਦਾ ਹੈ। ਉਹ ਸੂਬਾ ਜਿਹਨੇ ਦੇਸ਼ ਦੀ ਆਜ਼ਾਦੀ ਵਾਸਤੇ ਵੱਧ ਕੁਰਬਾਨੀਆਂ ਦਿੱਤੀਆਂ ਹੋਣ,
ਵੰਡ ਦੀਆਂ ਦੁਸ਼ਵਾਰੀਆਂ ਦਾ ਬੋਝ ਵੀ ਹੰਢਾਇਆ ਹੋਵੇ, ਉਹਨੂੰ ਹਾਲੇ ਤੱਕ ਆਪਣੀ ਰਾਜਧਾਨੀ ਨਾ ਮਿਲ ਸਕੀ ਹੋਵੇ। ਉਹ ਰਾਜਧਾਨੀ ਜਿਸ ਨੂੰ ਉਸੇ ਸੂਬੇ ਦੀ ਭੋਏ ਤੇ ਘੁੱਗ ਵਾਸਤੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਹੋਵੇ। ਹੁਣ ਦੇਖੋ, ਕਾਂਗਰਸ ਰਾਜ ਕਰਦੀ ਰਹੀ ਕੇਂਦਰ 'ਚ ਵੀ, ਸੂਬੇ 'ਚ ਵੀ। ਅਕਾਲੀ ਦਲ ਵੀ ਉੱਪਰ ਵੀ ਭਾਈਵਾਲ ਰਹੇ ਤੇ ਪੰਜਾਬ 'ਚ ਵੀ ਸਰਕਾਰ ਚਲਾਉਂਦੇ ਰਹੇ। ਉਹਨਾਂ ਦੋਵਾਂ ਨੇ ਇਸ ਮਤੇ ਦੀ ਹਮਾਇਤ ਤਾਂ ਕੀਤੀ ਹੈ, ਪਰ ਪੰਜਾਬੀਆਂ ਨੂੰ ਚੰਡੀਗੜ੍ਹ ਦੇ ਸਬੰਧ ਵਿੱਚ ਇਹਨਾਂ ਪਾਰਟੀਆਂ ਨਾਲ ਰੋਸਾ ਵੀ ਹੈ। ਉਹ ਰੋਸਾ ਇਸ ਕਰਕੇ ਹੈ ਕਿ ਸੱਤਾ ਦੇ ਵਿੱਚ ਸੂਬੇ 'ਚ ਵੀ ਤੇ ਕੇਂਦਰ ਦੇ ਵਿੱਚ ਵੀ ਇਹ ਪਾਰਟੀਆਂ ਕਾਬਜ਼ ਹੁੰਦੀਆਂ ਰਹੀਆਂ ਨੇ, ਪਰ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਇਸ ਮੁੱਦੇ ਨੂੰ ਭੁਲਾਉਂਦੀਆਂ ਰਹੀਆਂ ਨੇ, ਚੋਣਾਂ ਵੇਲੇ ਇਸ ਮੁੱਦੇ ਨੂੰ ਭੁਲਾਉਂਦੀਆਂ ਰਹੀਆਂ ਨੇ। ਹੁਣ ਜੇਕਰ ਆਪਾਂ ਵੇਖੀਏ ਕਿ ਕਿਸੇ ਸੂਬੇ ਦੀ ਸਿਆਸਤ ਦੇ ਕੁਝ ਭੂਗੋਲਕ ਜਿਹੜੇ ਆਪਾਂ ਜਿਨ੍ਹਾਂ ਨੂੰ ਵਿਚਾਰ ਰਹੇ ਹਾਂ, ਸਥਿਤੀਆਂ ਨੇ, ਭੂਗੋਲਕ ਖਿੱਤਾ ਜਿਹੜਾ ਉਹਦੇ ਤੋਂ ਖੋਹਿਆ ਜਾ ਰਿਹਾ ਹੋਵੇ ਜਾਂ ਹੱਕ ਖੋਹੇ ਜਾ ਰਹੇ ਹੋਣ, ਸਮਾਜ ਦੇ ਮਨ ਦੇ ਵਿੱਚੋਂ ਨਾਸੂਰ ਪੈਦਾ ਕਰ ਦਿੰਦੇ ਆ। ਇਸ ਮਸਲੇ ਨੂੰ ਸੁਲਝਾਇਆ ਵੀ ਜਾਣਾ ਚਾਹੀਦਾ। ਹੁਣ ਤੁਸੀਂ ਦੇਖੋ ਕਿ ਅੱਜ ਤੱਕ ਜਦੋਂ ਕੋਈ ਨਵਾਂ ਸੂਬਾ ਬਣਿਆ ਉਹਨੂੰ ਨਵੀਂ ਰਾਜਧਾਨੀ ਮਿਲਦੀ ਰਹੀ। ਹਰਿਆਣਾ ਨਵਾਂ ਪ੍ਰਾਂਤ ਬਣਿਆ, ਉਹਨੂੰ ਆਪਣੀ ਨਵੀਂ ਰਾਜਧਾਨੀ ਬਣਾਉਣੀ ਚਾਹੀਦੀ ਹੈ ਜਾਂ ਬਣਾਉਣੀ ਚਾਹੀਦੀ ਸੀ। ਹੁਣ ਚੰਡੀਗੜ੍ਹ ਪੰਜਾਬੀਆਂ ਦੇ ਮਨ ਦੇ ਵਿੱਚ ਵੰਡ ਤੋਂ ਬਾਅਦ ਨਵੇਂ ਪੰਜਾਬ ਦੀ ਸਿਰਜਣਾ ਦਾ ਵੀ ਪ੍ਰਤੀਕ ਹੈ। ਤੇ ਆਪਣੇ ਭਾਸ਼ਣ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫੈਡਰਲਿਜ਼ਮ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ, ਦਿੱਲੀ ਤੇ ਪੱਛਮੀ ਬੰਗਾਲ ਇਹਨਾਂ ਸੂਬਿਆਂ ਦੇ ਨਾਲ ਬਦਲਾਖੋਰੀ ਕਰ ਰਹੀ ਹੈ ਤੇ ਸੂਬਿਆਂ ਦੇ ਵਿੱਚ ਬਦਲਾਖੋਰੀ ਕਰਕੇ ਅਸਲ ਦੇ ਵਿੱਚ ਸੂਬਾ ਸਰਕਾਰਾਂ ਨੂੰ ਕਮਜ਼ੋਰ ਕਰ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਵਾਸਤੇ ਸੰਘੀ ਢਾਂਚੇ ਨਾਲ ਛੇੜਛਾੜ ਕਰ ਰਹੀ ਹੈ ਅਤੇ ਸੂਬਿਆਂ ਦੀਆਂ ਸ਼ਕਤੀਆਂ ਨੂੰ ਕਮਜ਼ੋਰ ਕਰ ਰਹੀ ਹੈ, ਉਹਨਾਂ ਕੋਲੋਂ ਸ਼ਕਤੀਆਂ ਖੋਹ ਰਹੀ ਹੈ। ਜਦੋਂ ਕਿ ਭਾਰਤ ਦੇ ਸੰਵਿਧਾਨ ਨੇ ਕੇਂਦਰ ਸਰਕਾਰ ਦੀਆਂ ਸ਼ਕਤੀਆਂ, ਸੂਬੇ ਸਰਕਾਰਾਂ ਦੀਆਂ ਸ਼ਕਤੀਆਂ ਅਤੇ ਇੱਕ ਸਾਂਝੀ ਸ਼ਕਤੀ ਭਾਵ 3 ਸੂਚੀਆਂ ਬਣਾਈਆਂ ਹੋਈਆਂ ਨੇ ਕਿ ਇੱਕ ਦੂਸਰੇ 'ਚ ਦਖਲ ਅੰਦਾਜ਼ੀ ਨਹੀਂ ਕਰਨੀ। ਇੱਥੇ ਇਹ ਵੀ ਮੈਂ ਦੱਸ ਦਿਆਂ ਕਿ ਪਾਰਟੀ ਦਰਅਸਲ ਦੁੱਧ ਧੋਤੀ ਕੋਈ ਵੀ ਨਹੀਂ। ਆਮ ਆਦਮੀ ਪਾਰਟੀ ਜਿਹੜੀ ਉਹਨੇ ਫੈਡਰਲਿਜ਼ਮ ਦੀ ਗੱਲ ਕੀਤੀ ਆ, ਹੋਣੀ ਚਾਹੀਦੀ ਹੈ, ਪਰ ਇਸ ਮੁੱਦੇ ਤੇ ਇਹ ਵੀ ਚੁੱਪ ਰਹੇ। ਸਾਲ 2019 ਦੇ ਵਿੱਚ ਸੰਵਿਧਾਨ ਦੀ ਧਾਰਾ 370 ਨੂੰ ਮਨਸੂਖ ਕੀਤਾ ਗਿਆ। ਜੰਮੂ ਕਸ਼ਮੀਰ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵੰਡ ਦਿੱਤਾ ਗਿਆ। ਉਸ ਸਮੇਂ ਆਮ ਆਦਮੀ ਪਾਰਟੀ ਦਾ ਸਿਆਸੀ ਸਟੈਂਡ ਤਕਰੀਬਨ ਭਾਜਪਾ ਵਰਗਾ ਹੀ ਸੀ। ਉਹ ਕਿਉਂ? ਕਿਉਂਕਿ ਚੁੱਪ ਰਹੀ ਇਹਨਾਂ ਦੀ ਹਾਈ ਕਮਾਂਡ। ਉਹ ਚੁੱਪ ਇੱਕ ਕਿਸਮ ਦੀ ਸਹਿਮਤੀ ਆਖੀ ਜਾ ਸਕਦੀ ਹੈ। ਪਰ ਜੇਕਰ ਹੁਣ ਪੰਜਾਬ ਵਾਂਗ ਹੋਰ ਸੂਬੇ ਵੀ ਆਪਣੀ ਸਿਆਸੀ ਪੈਂਠ ਮਜ਼ਬੂਤ ਕਰਨੀ ਚਾਹੁੰਦੇ ਆ ਤਾਂ ਉਹਨਾਂ ਨੂੰ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੇ ਮੁਦਈ ਹੋਣਾ ਪਊ। ਜੇਕਰ ਸਿਆਸੀ ਮਾਹਿਰਾਂ ਦੀ ਗੱਲ ਮੰਨੀਏ ਤਾਂ ਚੰਡੀਗੜ੍ਹ ਦਾ ਮਸਲਾ ਇੰਨਾ ਸੁਖਾਲਾ ਨਹੀਂ, ਇਹ ਜਟਲ ਹੋ ਚੁੱਕਾ ਹੈ। ਇਹਨੂੰ ਕਾਹਲੀ ਨਾਲ ਨਹੀਂ ਸੁਲਝਾਇਆ ਜਾ ਸਕਦਾ। ਇਹ ਸਹੀ ਹੈ, ਪਰ ਅਜਿਹੀ ਦਲੀਲ ਨਾਲ ਮਸਲੇ ਸੁਲਝਾਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ਰੂਰਤ ਕੀ ਹੈ? ਮਜ਼ਬੂਤ ਇੱਛਾ ਸ਼ਕਤੀ ਚਾਹੀਦੀ ਹੈ। ਕੱਲੀ ਇੱਛਾ ਸ਼ਕਤੀ ਹੋਈ ਨਹੀਂ, ਜਿਹੜੀ ਸਿਆਸੀ ਇੱਛਾ ਸ਼ਕਤੀ ਆ ਉਹ ਵੀ ਮਜ਼ਬੂਤ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਸਾਲ 2020 ਦੇ ਵਿੱਚ ਬਣਾਏ ਖੇਤੀ ਕਾਨੂੰਨਾਂ ਦਾ ਵੀ ਹਵਾਲਾ ਦਿੱਤਾ। ਵਿਧਾਨ ਸਭਾ 'ਚ ਦਿੱਤਾ ਕਿ ਤੁਸੀਂ ਦੇਖੋ ਕਿ ਕਿਸਾਨੀ ਸੰਘਰਸ਼ ਨੂੰ ਕਹਿੰਦੇ ਯਾਦ ਕਰੋ। ਕਿਸਾਨਾਂ ਦਾ ਜ਼ਬਰਦਸਤ ਵਿਰੋਧ, ਪਰ ਸਾਰੇ ਇਕੱਠੇ ਸੀ ਅਤੇ ਕਾਨੂੰਨ ਸਰਕਾਰ ਨੂੰ ਵਾਪਸ ਲੈਣੇ ਪਏ। ਇਸੇ ਤਰ੍ਹਾਂ ਹੁਣ ਲੋਕਾਂ ਦੀ ਸਮੂਹਕ ਜੇ ਤਾਂ ਸ਼ਕਤੀ ਹੋ ਗਈ, ਜੇ ਤਾਂ ਸਾਰੇ ਇਕੱਠੇ ਹੋ ਗਏ ਸਮੂਹਕ ਰੂਪ ਦੇ ਵਿੱਚ, ਤਾਂ ਉਹਨਾਂ ਨੇ ਹਵਾਲਾ ਦਿੱਤਾ ਕਿ ਦੇਖ ਲਓ ਉਧਰ ਕਾਨੂੰਨ ਵਾਪਸ ਹੋ ਗਏ ਸੀ ਤੇ ਮਜਬੂਰ ਹੋ ਗਏ ਸੀ। ਪਰ ਇੱਥੇ ਫਿਰ ਸਾਰਿਆਂ ਨੂੰ ਸਿਆਸੀ ਮਫਾਦ ਪਾਸੇ ਛੱਡ ਕੇ ਇਹਦੇ ਤੇ ਇਕੱਠੇ ਹੋਣਾ ਪਊ। ਪਰ ਦੂਸਰੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਉਹ ਕਹਿੰਦੇ ਚੰਡੀਗੜ੍ਹ ਦੇ ਉੱਤੇ ਦਾਅਵੇਦਾਰੀ ਜਿਹੜੀ ਪੰਜਾਬ ਕਰਦਾ ਇਹ ਠੀਕ ਨਹੀਂ। ਪੰਜਾਬ ਅਸੈਂਬਲੀ ਦੇ ਵਿੱਚ ਸਰਬਸੰਮਤੀ ਨਾਲ ਜਿਹੜਾ ਮਤਾ ਪਾਸ ਕੀਤਾ ਗਿਆ ਇਹ ਅਰਥਹੀਣ ਹੈ। ਉਹ ਕਹਿੰਦੇ ਚੰਡੀਗੜ੍ਹ ਦੇ ਉੱਤੇ ਹਰਿਆਣੇ ਦਾ ਹੱਕ ਹਮੇਸ਼ਾ ਹੈ ਤੇ ਰਹੇਗਾ। ਭਾਈ ਖੱਟੜ ਸਾਹਿਬ, ਜੇ ਤੁਹਾਡਾ ਹੱਕ ਹੈ ਇਹਦਾ ਮਤਲਬ ਤੁਹਾਡੇ ਹੱਕ ਤੇ ਵੀ ਡਾਕਾ BBMB ਤੇ ਵੀ ਮਾਰ ਲਿਆ ਤੇ ਤੁਸੀਂ ਤਾਂ ਬੋਲਦੇ ਹੀ ਨਹੀਂ। ਆ ਸੂਬਿਆਂ ਦੇ ਹੀ ਅਧਿਕਾਰ ਖੇਤਰ ਸੀ, ਜਿਹੜਾ ਖੇਤੀ ਕਾਨੂੰਨ ਸੀ ਤੁਸੀਂ ਤਾਂ ਉਦੋਂ ਵੀ ਨਹੀਂ ਬੋਲੇ। ਖੱਟੜ ਨੇ ਇਹ ਵੀ ਆਖਿਆ ਕਿ ਚੰਡੀਗੜ੍ਹ ਦੇ ਵਿੱਚ ਕੇਂਦਰੀ ਸੇਵਾ ਨਿਯਮ ਜਿਹੜੇ ਲਾਗੂ ਕੀਤੇ ਗਏ ਹੈ ਉਹਦੇ ਨਾਲ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਲਾਭ ਮਿਲੂਗਾ। ਖੱਟੜ ਕਹਿੰਦੇ ਕਿ ਪੰਜਾਬ ਅਤੇ ਹਰਿਆਣਾ ਦਰਮਿਆਨ ਜਦੋਂ ਕਦੇ ਗੱਲ ਕਰਨੀ ਚਾਹੁੰਦੇ ਹੋ ਕਰ ਲਓ, ਪਰ ਸਤਲੁਜ ਯਮੁਨਾ ਲਿੰਕ ਨਹਿਰ ਦੇ ਨਿਰਮਾਣ ਤੇ ਵੀ ਗੱਲ ਕਰਾਂਗੇ। ਦੋਵੇਂ ਸੂਬਿਆਂ ਦੇ ਦਰਮਿਆਨ ਜਿਹੜੇ ਵਿਵਾਦਤ ਖੇਤਰ ਨੇ ਉਹ ਸਾਰੇ ਵਿਸ਼ਿਆਂ ਤੇ ਗੱਲਬਾਤ ਕਰਾਂਗੇ।
ਪਰ ਮੈਨੂੰ ਲੱਗਦਾ ਕਿ ਜਿਹੜੀ ਗੱਲ ਆਮ ਆਦਮੀ ਪਾਰਟੀ ਤੇ ਨਜ਼ਲਾਂ ਝਾੜਦੇ ਹੁੰਦੇ ਨੇ, ਆ ਕਾਂਗਰਸ ਵੀ ਕਸੂਤੀ ਫਸ ਗਈ ਉਸੇ ਤਰ੍ਹਾਂ। ਤੁਸੀਂ ਦੇਖੋ ਕੱਲ ਵਿਧਾਨ ਸਭਾ ਦੇ ਵਿੱਚ ਵਾਰ-ਵਾਰ ਇਸ ਗੱਲ ਦਾ ਕਈ ਕਾਂਗਰਸੀ ਆਗੂਆਂ ਨੇ ਜ਼ਿਕਰ ਕੀਤਾ ਕਿ ਦਿੱਲੀ ਦੇ ਵਿੱਚ ਪੁੱਛ ਲਿਓ, ਕੱਲ ਨੂੰ ਤੁਹਾਡੀ ਹਾਈ ਕਮਾਂਡ ਇਸ ਮਸਲੇ ਤੇ ਢੁੱਚਰਾ ਨਾ ਪੇੜੇ। ਉਸ ਮਸਲੇ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਆਖਿਆ ਸੀ ਕਿ ਭਾਵੇਂ ਕਿਸੇ ਨੂੰ ਦੁੱਖ ਲੱਗੇ, ਭਾਵੇਂ ਕਿਸੇ ਨੂੰ ਨਫਾ ਹੋਵੇ, ਭਾਵੇਂ ਕਿਸੇ ਨੂੰ ਨੁਕਸਾਨ ਹੋਵੇ, ਮੈਂ ਪੰਜਾਬ ਦੇ ਹਿੱਤਾਂ ਦੀ ਹੀ ਗੱਲ ਕਰਾਂਗਾ। ਪਰ ਉਧਰ ਹਰਿਆਣੇ ਵਿੱਚ ਕਾਂਗਰਸ ਦੀ ਪ੍ਰਧਾਨ ਨੇ ਕੁਮਾਰੀ ਸ਼ੈਲਜਾ ਨੇ ਆਖਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਜਿਹੜਾ ਚੰਡੀਗੜ੍ਹ ਦੇ ਉੱਤੇ ਇੱਕ ਦਾਅਵਾ ਪੇਸ਼ ਕੀਤਾ ਗਿਆ ਤੇ ਮਤਾ ਪਾਸ ਕੀਤਾ ਗਿਆ, ਇਹ ਆਮ ਆਦਮੀ ਪਾਰਟੀ ਦੀ ਹਰਿਆਣਾ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ। ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਹਰਿਆਣੇ ਦਾ ਅਤੇ ਚੰਡੀਗੜ੍ਹ ਦੇ ਉੱਤੇ ਹਰਿਆਣੇ ਦਾ ਹੀ ਪੂਰਾ ਹੱਕ ਹੈ। ਹੁਣ ਤੁਸੀਂ ਦੇਖੋ ਕਿ ਖੱਟੜ ਸਾਹਿਬ ਨੂੰ ਵੀ ਹੁਣੀ ਚੇਤਾ ਹੈ, ਕੁਮਾਰੀ ਸ਼ੈਲਜਾ ਨੂੰ ਵੀ ਹੁਣੀ ਚੇਤਾ ਆਇਆ। ਜੇ ਤੁਹਾਡਾ ਹੱਕ ਹੈ ਦੱਸ ਦਿਓ ਭਾਈ, ਧਰਨਾ ਲਾ ਕੇ ਬੈਠੋ, ਦੱਸ ਦਿਓ ਕਿ ਜਦੋਂ ਪਿੰਡ ਉਜਾੜੇ ਗਏ ਸੀ ਤਾਂ ਕਿਹਦੇ ਉਜਾੜੇ ਗਏ ਸੀ, ਅੱਜ ਤੱਕ ਜਿਹੜੇ ਸਮਝੌਤੇ ਸਹੀਬੱਧ ਹੁੰਦੇ ਗਏ ਨੇ ਉਹਨਾਂ ਵਿੱਚ ਲਿਖਿਆ ਕੀ ਗਿਆ ਸੀ। ਜੇ ਤੁਹਾਨੂੰ ਲੱਗਦਾ ਸੀ ਕਿ ਚੰਡੀਗੜ੍ਹ ਹਰਿਆਣੇ ਦਾ ਹੈ, ਪੰਜਾਬ ਵਾਲਿਆਂ ਤਾਂ ਖਾਸ ਇਜਲਾਸ ਸੱਦ ਲਿਆ, ਹੁਣ ਤਾਂ ਮਤਾ ਵੀ ਪਾਸ ਕਰ ਦਿੱਤਾ ਸਰਬਸੰਮਤੀ ਨਾਲ, ਫਿਰ ਹੱਕ ਤੇ ਤਾਂ ਤੁਹਾਡੇ ਤੇ ਵੀ ਡਾਕਾ ਹੈ। ਉੱਥੇ ਕਾਂਗਰਸ ਦੇ ਵੀ ਵਿਧਾਇਕ ਹੈਗੇ ਨੇ ਤੇ ਸੱਤਾਧਾਰੀ ਧਿਰ ਭਾਰਤੀ ਜਨਤਾ ਪਾਰਟੀ ਹੈ। ਤੁਸੀਂ ਵੀ ਸੱਦ ਲਓ ਸੈਸ਼ਨ, ਤੁਸੀਂ ਵੀ ਪ੍ਰਧਾਨ ਮੰਤਰੀ ਸਾਹਿਬ ਨਾਲ ਕਰੋ ਮੀਟਿੰਗ ਕਿ ਚੰਡੀਗੜ੍ਹ ਤਾਂ ਹਰਿਆਣੇ ਦਾ ਹੈ, ਤੁਸੀਂ ਹੱਕ ਤੇ ਡਾਕਾ ਮਾਰਿਆ ਏ। ਤੁਹਾਡੀ ਚੁੱਪ ਕੀ ਦੱਸਦੀ ਹੈ ਕਿ ਤੁਸੀਂ ਉਹੀ ਕੁਝ ਬੋਲੋਗੇ ਜਿਹੜੇ ਤੁਹਾਨੂੰ ਉੱਪਰੋਂ ਫਰਮਾਨ ਤੇ ਸੁਨੇਹੇ ਆਉਣਗੇ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ ਹੈ। ਜੇਕਰ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।